शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:12 ਹੋਏ ਨੇ ਤੇ 19 ਅਪ੍ਰੈਲ ਦਾ ਦਿਨ ਹੈ, ਵਰ੍ਹਾ 2022 ਦਾ, ਮੰਗਲਵਾਰ ਹੈ, 6 ਵਿਸਾਖ, ਨਾਨਕ ਸ਼ੇ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਚੱਲਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ ਚੋਂ, ਉਸ ਤੋਂ ਬਾਅਦ ਕੁਝ ਖਬਰਾਂ ਤੋਂ ਬਾਅਦ ਉੱਘੇ ਵਕੀਲ ਬ੍ਰਿਜਮੋਹਨ ਉਹਨਾਂ ਦੇ ਨਾਲ ਇੱਕ ਭਾਈਚਾਰੇ ਦੇ ਖਾਸ ਕੇਸ ਬਾਰੇ ਚਾਨਣਾ ਪਾਵਾਂਗੇ। ਬਹੁਤ ਹੀ ਸੰਵੇਦਨਸ਼ੀਲ ਤੇ ਸਨਸਨੀਖੇਜ ਇਹ ਕੇਸ ਹੈ ਤੇ ਇਹਦੇ ਵਿੱਚ ਜੱਜ ਸਾਹਿਬ ਨੇ ਕੀ ਕਿਹਾ, ਨਸਲਵਾਦ ਦਾ ਕੀ ਰੋਲ ਹੈ, ਘਰਾਂ ਦੇ ਸਾਡੇ ਝਗੜੇ ਨੇ ਜਿਹੜੇ ਉਹ ਕਿੱਥੇ ਜਾ ਕੇ ਖੜਦੇ ਆ ਤੇ ਜਖਣਾ ਕਿਵੇਂ ਪੱਟ ਹੁੰਦੀ ਹੈ, ਇਹਦੇ ਬਾਰੇ ਅੱਜ ਗੱਲਬਾਤ ਹੋਏਗੀ। ਰੋਮਨ ਛੁੱਟੀਆਂ ਕੱਟ ਕੇ ਆ ਗਈ ਮੁੜ ਕੇ। ਰੋਮਨ ਇਜ਼ ਬੈਕ। ਹੁਣ ਸਾਰਾ ਸਾਲ ਤੁਹਾਡੀ ਸੇਵਾ 'ਚ ਛੁੱਟੀਆਂ ਕੱਟ ਕੇ ਸਾਰੇ ਵਾਪਸ ਆ ਰਹੇ ਨੇ। 604-204-0600 ਆਉਣੇ ਨੰਬਰ ਹੈ। 6042040600 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਔਨ ਏਅਰ ਜਾ ਕੇ। ਤੇ 6047291224 6047291224 ਇਹ ਵਟਸਐਪ ਤੇ ਟੈਕਸਟ ਲਈ ਨੰਬਰ ਹੈ। ਤੁਹਾਨੂੰ SMS ਲਈ ਇੱਕ ਨੰਬਰ ਦਿੱਤਾ ਹੋਇਆ ਹੈ। ਆਪਣੇ ਜਿਹੜੇ ਕੰਸਰਨ ਜਿਹੜੇ ਨੇ, ਜੇ ਤੁਸੀਂ ਔਨ ਏਅਰ ਆ ਕੇ ਨਹੀਂ ਦੱਸਣਾ ਚਾਹੁੰਦੇ ਤਾਂ ਮੈਸੇਜ ਕਰ ਸਕਦੇ ਹੋ। 6042040600 6042040600 ਇਹੀ SMS ਦਾ ਲਈ ਨੰਬਰ ਹੈ। ਆਸ ਹੈ ਤੁਹਾਡਾ ਲੌਂਗ ਵੀਕਐਂਡ ਵਧੀਆ ਗੁਜ਼ਰਿਆ ਹੋਏਗਾ। 4 ਛੁੱਟੀਆਂ ਦੇ ਨਾਲ ਬੰਦਾ ਪੂਰਾ ਹੀ ਨਿਸਲ ਹੋ ਜਾਂਦਾ। ਸੁਣਿਆ ਕਿ ਤੇਰੇ ਹੱਥਾਂ ਉੱਤੇ ਤਾਰੇ ਮਹਿੰਦੀ ਲਾਉਂਦੇ ਨੇ, ਸੁਣਿਆ ਕਿ ਤੇਰੇ ਹੱਥਾਂ ਉੱਤੇ ਤਾਰੇ ਮਹਿੰਦੀ ਲਾਉਂਦੇ ਨੇ, ਮਹਿਕਾਂ ਦੀ ਇੱਕ ਡਾਰ ਜਿਹੀ ਤੇਰੇ ਸਾਹਾਂ ਦੇ ਵਿੱਚ ਵੱਟਦੀ ਏ। ਸੁਣਿਆ ਤੇਰੇ ਨੈਣਾਂ ਦੇ ਵਿੱਚ ਮੌਸਮ ਟਹਿਲਣ ਆਉਂਦੇ ਨੇ, ਕਦੇ ਕਦੇ ਤੇਰੇ ਕੇਸਾਂ ਦੇ ਵਿੱਚ ਰਾਤ ਵੀ ਰਾਤਾਂ ਕੱਟਦੀ ਏ। ਸੁਣਿਆ ਪਰੀਆਂ ਕਾਫ ਵਾਲੀਆਂ ਖਿਦਮਤ ਤੇਰੀਆਂ ਕਰਦੀਆਂ ਨੇ, ਸੁਣਿਆ ਤੇਰੀਆਂ ਪੈੜਾਂ ਜਿੱਥੇ ਚਸ਼ਮੇ ਫੁੱਟਣ ਲੱਗਦੇ ਨੇ। ਇਹ ਵੀ ਸੁਣਿਆ ਤੇਰੇ ਪਿੰਡ ਦੇ ਮੋੜ ਵੀ ਜੰਨਤ ਵਰਗੇ ਨੇ, ਸੁਣਿਆ ਤੇਰੇ ਦਰ ਤੋਂ ਦਰਿਆ ਹੁਸਨਾ ਵਰਗੇ ਵਗਦੇ ਨੇ। ਸੁਣਿਆ ਤੈਨੂੰ ਤੱਕ ਕੇ ਪੌਣ ਵੀ ਹੋ ਜਾਵੇ ਮਦਹੋਸ਼ ਜਿਹੀ, ਸੁਣਿਆ ਤੇਰੀ ਝਾਂਜਰ ਦਾ ਵੀ ਵੱਖਰਾ ਇੱਕ ਅਲਾਪ ਜਿਹਾ ਹੈ। ਇਹ ਵੀ ਸੁਣਿਆ ਤੇਰੇ ਮੁਖ ਦੀ ਚੰਨ ਪ੍ਰਕਰਮਾ ਕਰਦਾ ਏ, ਸੁਣ ਰੱਖਿਆ ਕਿ ਅੰਬਰਾਂ ਦੇ ਲਈ ਨਾਮ ਤੇਰਾ ਇੱਕ ਜਾਪ ਜਿਹਾ। ਸੁਣਿਆ ਤੇਰੀ ਵੰਗ ਛਣਕੇ ਤਾਂ ਮੋਨ ਟੁੱਟਣ ਅਸਮਾਨਾਂ ਦੇ, ਪੰਛੀ ਸੁਣਿਆ ਤੋਰ ਤੇਰੀ ਤੇ ਮਹਾਕਾਵ ਲਿਖ ਜਾਂਦੇ ਨੇ। ਇਹ ਵੀ ਸੁਣਿਆ ਸੰਗ ਤੇਰੀ ਤਾਂ ਡੂੰਘੀ ਸਾਗਰ ਵਰਗੀ ਏ, ਸੁਣਿਆ ਤੇਰੀ ਚੁੰਨੀ ਉੱਤੇ ਕੌਤਕ ਲੱਖਾਂ ਦਿਸ ਜਾਂਦੇ ਨੇ, ਕੌਤਕ ਲੱਖਾਂ ਦਿਸ ਜਾਂਦੇ ਨੇ। ਨਵਾਬ ਖਾਨ ਉਹਨਾਂ ਨੇ ਪਿਛਲੀਆਂ 4 ਜਿਹੜੀਆਂ ਲਾਈਨਾਂ ਬੜੀਆਂ ਵਧੀਆ ਲਿਖੀਆਂ ਕਿ ਸਾਰੀਆਂ ਚੀਜ਼ਾਂ ਤੋਂ ਉੱਪਰ ਸੰਗ ਹੈ ਤੇ ਚੁੰਨੀ ਹੈ। ਸਰ ਨਮਕਿਨ ਸਿੰਘ ਪੱਤੀ ਮੇਰੇ ਨਾਲ ਨੇ ਪੰਜਾਬ ਤੋਂ। ਧੰਨਵਾਦ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਤਨਮਨਦੀਪ ਸਿੰਘ ਹੋਣੀ MP ਤਨਮਨਦੀਪ ਸਿੰਘ ਢੇਸੀ, ਬੜਾ ਨਾਂ ਹੈ ਉਹਨਾਂ ਦਾ, ਬਹੁਤ ਖੁੱਲ੍ਹ ਕੇ ਮਨੁੱਖੀ ਹੱਕਾਂ ਬਾਰੇ ਗੱਲਬਾਤ ਕਰਦੇ। ਅੱਜ ਕੱਲ੍ਹ ਪੰਜਾਬ ਪਹੁੰਚੇ ਹੋਏ ਨੇ, ਕੀ ਗੱਲਾਂ ਚੱਲਦੀਆਂ ਪੰਜਾਬ 'ਚ ਉਹਨਾਂ ਬਾਰੇ? ਜੀ ਗਿੱਲ ਸਾਹਿਬ, ਵਾਕਈ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਉਹ। ਇੰਗਲੈਂਡ ਦੇ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅੱਜ ਕੱਲ੍ਹ ਜਦੋਂ ਪੰਜਾਬ ਆਏ, ਉਹਨਾਂ ਨੇ ਭਗਵੰਤ ਮਾਨ ਹੋਰਾਂ ਦੇ ਨਾਲ ਇੱਕ ਮੀਟਿੰਗ ਕੀਤੀ। ਉਸ ਮੀਟਿੰਗ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਤਾਂ ਹੱਥ ਧੋ ਕੇ ਪੈ ਗਏ ਉਹਨਾਂ ਦੇ ਪਿੱਛੇ। BJP ਦੇ ਵੱਡੇ ਲੀਡਰ ਇਹ ਕਹਿ ਰਹੇ ਨੇ ਕਿ ਤਨਮਨਜੀਤ ਸਿੰਘ ਢੇਸੀ ਖਾਲਿਸਤਾਨ ਪੱਖੀ ਹੈ ਔਰ ਉਹਦੇ ਨਾਲ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਮੀਟਿੰਗ ਕਿਉਂ ਕੀਤੀ। ਸੋਸ਼ਲ ਮੀਡੀਆ ਦੇ ਉੱਤੇ ਇਸ ਮਸਲੇ ਨੂੰ ਬਹੁਤ ਜ਼ਿਆਦਾ ਉਜਾਗਰ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨੀਲ ਗਰਗ, ਮਲਵਿੰਦਰ ਸਿੰਘ ਕੰਗ, ਅੰਮ੍ਰਿਤਸਰ ਤੋਂ ਇਹਨਾਂ ਦੀ MLA ਹੈ ਜੀਵਨਜੋਤ ਕੌਰ, ਉਹਨਾਂ ਨੇ ਵੀ BJP ਦੇ ਆਗੂਆਂ ਦੇ ਉੱਤੇ ਪਲਟਵਾਰ ਕਰਦਿਆਂ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਪਾਤੀਆਂ। ਉਹਨਾਂ ਨੇ ਪਾਤੀਆਂ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਤਨਮਨਜੀਤ ਸਿੰਘ ਢੇਸੀ ਹੁਰੀ ਖੜੇ ਨੇ, ਕਿਤੇ ਵਿਜੇ ਸਾਂਪਲਾ
ਜਿਹੜੇ ਇਹਨਾਂ ਦੇ ਵੱਡੇ ਲੀਡਰ ਨੇ ਉਹਨਾਂ ਦੇ ਨਾਲ ਖੜੇ ਨੇ। ਹਰਦੀਪ ਪੁਰੀ ਕੇਂਦਰ ਦੇ ਵਿੱਚ ਮਿਨਿਸਟਰ ਨੇ ਬੀਜੇਪੀ ਦੇ, ਉਹਨਾਂ ਦੇ ਨਾਲ ਤਨਮਨਜੀਤ ਸਿੰਘ ਢੇਸੀ ਹੋਰਾਂ ਦੀਆਂ ਪੋਸਟਾਂ, ਤਸਵੀਰਾਂ ਪੁਰਾਣੀਆਂ ਉਹਨਾਂ ਨੇ ਚੱਕ ਕੇ ਟਵਿੱਟਰ ਦੇ ਉੱਤੇ ਪਾ ਦਿੱਤੀਆਂ ਨੇ। ਬੀਜੇਪੀ ਦੇ ਵਿੱਚ ਗਏ ਸੀ ਜਨਰਲ ਜੇ ਸਿੰਘ ਹੋਰੀ ਕਹਿੰਦੇ ਨੇ ਕਿ ਤਨਮਨਜੀਤ ਸਿੰਘ ਢੇਸੀ ਨੇ ਜਦੋਂ ਧਾਰਾ 370 ਤੇ 35A ਜੰਮੂ ਕਸ਼ਮੀਰ ਦੇ ਵਿੱਚੋਂ ਖਤਮ ਕੀਤੀ ਸੀ ਉਦੋਂ ਵਿਰੋਧ ਕੀਤਾ ਸੀ ਭਾਰਤ ਦਾ। ਉਹ ਕਹਿੰਦੇ ਜਦੋਂ ਭਗਵੰਤ ਮਾਨ ਹੋਰਾਂ ਨੂੰ ਮਿਲੇ, ਕੀ ਭਗਵੰਤ ਮਾਨ ਨੇ ਪੁੱਛਿਆ ਕਿ ਕਸ਼ਮੀਰ ਬਾਰੇ ਤੁਹਾਡੇ ਕੀ ਵਿਚਾਰ ਨੇ? ਉਹ ਕਹਿੰਦੇ ਇਸ ਤਰ੍ਹਾਂ ਦੇ ਬੰਦੇ ਨੂੰ ਕਿਉਂ ਮਿਲੇ। ਇਸੇ ਤਰੀਕੇ ਦੇ ਨਾਲ ਗਿੱਲ ਸਾਹਿਬ, ਇਹ ਲਗਾਤਾਰ ਚਰਚਾ ਜਿਹੜੀ ਚੱਲ ਰਹੀ ਆ ਕਿ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਜਾਂ ਖਾਲਿਸਤਾਨ ਪੱਖੀ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਆ ਜਿਹੜੀ ਬੀਜੇਪੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਕੀਤੀ ਜਾ ਰਹੀ ਆ, ਔਰ ਨਾਲ ਭਗਵੰਤ ਮਾਨ ਹੋਰਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇਹਨਾਂ ਨੂੰ ਕਿਉਂ ਮਿਲੇ। ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ, ਜਿਵੇਂ ਮੈਂ ਜ਼ਿਕਰ ਕੀਤਾ, ਉਹ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਨੇ ਜਿਹੜੀਆਂ ਵੱਖ-ਵੱਖ ਲੀਡਰਾਂ ਦੇ ਨਾਲ ਉਹ ਸ਼ੇਅਰ ਕਰ ਰਹੇ ਨੇ। ਉਂਝ ਢੇਸੀ ਹੋਰੀ ਪੰਜਾਬ ਦੇ ਵਿੱਚ ਆਏ ਹੋਏ ਨੇ, ਉਹ ਆਪਦੇ ਨਿੱਜੀ ਦੌਰੇ ਦੇ ਉੱਤੇ ਆਏ ਨੇ। ਜਲੰਧਰ ਵਿੱਚ ਪਿੰਡ ਆ ਉਹਨਾਂ ਦਾ ਰਾਏਪੁਰ ਫਰਾਲਾ, ਉੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਆਪਣਾ ਸਮਾਂ ਜਿਹੜਾ ਉਹ ਬਿਤਾ ਰਹੇ ਨੇ। ਆਪਣੀ ਪਤਨੀ ਤੇ ਦੋਨੇ ਪੁੱਤਰਾਂ ਦੇ ਨਾਲ ਉਹ ਕਣਕ ਦੇ ਖੇਤਾਂ ਦੇ ਵਿੱਚ ਗਏ ਨੇ, ਉੱਥੋਂ ਤਸਵੀਰਾਂ ਪਾਈਆਂ ਨੇ। ਆਪਣੇ ਖੇਤ ਗਏ ਨੇ, ਉੱਥੋਂ ਚੱਲਦੀ ਹੋਈ ਮੋਟਰ ਦੇ ਉੱਤੇ ਟਿਊਬਵੈਲ ਦੇ ਉੱਤੇ ਨਹਾਉਂਦਿਆਂ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਪਾਈਆਂ ਨੇ। ਉਹ ਆਪਣੇ ਨਿੱਜੀ ਦੌਰੇ ਦੇ ਉੱਤੇ ਆਏ ਹੋਏ ਨੇ। ਲੇਕਿਨ ਉਹਨਾਂ ਨੇ ਵੀ ਜਿਹੜਾ ਕਿਹਾ ਗਾ ਕਿ ਅਸੀਂ ਪੰਜਾਬ ਦੇ ਪ੍ਰਤੀ, ਭਾਰਤ ਪ੍ਰਤੀ ਜਿਹੜਾ ਗਾ ਉਹ ਵਚਨਬੱਧ ਆ, ਔਰ ਉਹਨਾਂ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਜਿਹੜੀਆਂ ਜਾਇਦਾਦਾਂ ਸੰਬੰਧੀ ਮੁਸ਼ਕਲਾਂ ਹੁੰਦੀਆਂ ਨੇ, ਅੰਮ੍ਰਿਤਸਰ ਸਾਹਿਬ ਤੋਂ ਲੰਡਨ ਦੇ ਲਈ ਸਿੱਧੀਆਂ ਉਡਾਨਾਂ, ਉਹਦੇ ਬਾਰੇ ਚਰਚਾ ਕੀਤੀ ਆ। ਔਰ ਉਹਨਾਂ ਨੇ ਕਿਹਾ ਗਾ ਕਿ ਇੰਗਲੈਂਡ ਦੇ ਵਿਚਲੇ ਲੋਕ ਸਭਾ ਹਲਕੇ ਦੇ ਵਿੱਚ 35% ਭਾਰਤੀ ਤੇ ਪਾਕਿਸਤਾਨੀ ਲੋਕ ਰਹਿੰਦੇ ਨੇ, ਤੇ ਉਹ ਹਮੇਸ਼ਾ ਹੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਉਹਦੀ ਆਵਾਜ਼ ਬੁਲੰਦ ਕਰਦੇ ਨੇ। ਔਰ ਲਗਾਤਾਰ 2 ਵਾਰ ਜਿੱਤੇ ਢੇਸੀ ਨੇ ਹੈਰਾਨੀ ਪ੍ਰਗਟਾਈ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਨੇ ਜਾਣ ਬੁੱਝ ਕੇ ਮੁੱਦਿਆਂ ਨੂੰ ਉਭਾਰ ਕੇ ਉਹਨਾਂ ਦੇ ਹੱਕ ਨੂੰ ਢਾਹ ਲਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ। ਜੀ ਗਿੱਲ ਸਾਹਿਬ, ਕੱਕੇ ਦਾ ਕੀ ਹਾਲ ਆ ਕਾਂਗਰਸ ਦੇ ਕਲੇਸ਼ ਦਾ? ਜੀ ਕਾਂਗਰਸ ਦਾ ਕਲੇਸ਼ ਵੱਧ ਰਿਹਾ ਜੀ ਦਿਨੋਂ ਦਿਨ। ਇੱਕ ਪਾਸੇ ਤਾਂ ਹੁਣ ਰਾਜਾ ਵੜਿੰਗ ਮੀਟਿੰਗਾਂ ਕਰਦਾ ਫਿਰਦਾ। 22 ਅਪ੍ਰੈਲ ਨੂੰ ਰਾਜਾ ਵੜਿੰਗ ਪ੍ਰਧਾਨਗੀ ਦੀ ਕੁਰਸੀ ਦੇ ਉੱਤੇ ਬੈਠਣ ਜਾ ਰਿਹਾ ਹੈ, ਆਪਣਾ ਅਹੁਦਾ ਸਾਂਭ ਰਿਹਾ ਹੈ। ਅਹੁਦਾ ਸਾਂਭਣ ਤੋਂ ਪਹਿਲੇ ਜਦੋਂ ਉਹਦਾ ਨਾਂ ਅਨਾਊਂਸ ਹੋਇਆ ਵੀ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ, ਉਦੋਂ ਤੋਂ ਹੀ ਰਾਜਾ ਵੜਿੰਗ ਨੇ ਸਾਰੇ ਪੰਜਾਬ ਦਾ ਗੇੜਾ ਕੱਢਿਆ ਗਾ। ਉਹ ਜਿੰਨੇ ਵੀ ਵੱਡੇ ਲੀਡਰ ਨੇ ਕਾਂਗਰਸ ਦੇ ਪੁਰਾਣੇ, ਉਹ ਸਾਰਿਆਂ ਨੂੰ ਮਿਲ ਰਿਹਾ। ਦੂਸਰੇ ਪਾਸੇ ਉਹਦੇ ਪੈਰਲਲ ਨਵਜੋਤ ਸਿੰਘ ਸਿੱਧੂ ਮੀਟਿੰਗਾਂ ਕਰ ਰਿਹਾ, ਸਿੱਧੂ ਪ੍ਰੈਸ ਕਾਨਫਰੰਸਾਂ ਕਰ ਰਿਹਾ। ਸਿੱਧੂ ਨੇ ਬਠਿੰਡੇ ਦੇ ਵਿੱਚ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਜਿਹੜੇ ਕਾਂਗਰਸ ਨੇ ਸਰਜੀਤ ਧਮਾਨ ਵਰਗੇ ਕੱਢੇ, ਉਹ ਸਾਰੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੁੰਦੇ ਨੇ। ਆਮ ਆਦਮੀ ਪਾਰਟੀ ਤੋਂ ਜਿੰਨੇ ਬਗਾਵਤ ਕਰਕੇ ਆਏ ਉਹ ਸਾਰੇ ਨਾਲ ਹੁੰਦੇ ਨੇ। ਕੱਲ ਤੱਕ ਸਤਪਾਲ ਸਿੰਘ ਖਹਿਰਾ ਵੀ ਉਹਨਾਂ ਦੇ ਨਾਲ ਨਜ਼ਰ ਆਉਂਦਾ ਸੀ, ਲੇਕਿਨ ਹੁਣ ਖਹਿਰਾ ਹੋਰੀ ਕੀ ਸਟੈਂਡ ਲੈਂਦੇ ਨੇ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਊ। ਪਰ ਸੁਨੀਲ ਜਾਖੜ ਨੇ ਬਗਾਵਤੀ ਸੁਰ ਨੇ ਜਿਹੜੇ ਕਾਂਗਰਸ ਨੂੰ ਦਿਖਾਤੇ। ਕਾਂਗਰਸ ਦੀ ਹਾਈ ਕਮਾਂਡ ਨੇ 11 ਅਪ੍ਰੈਲ ਨੂੰ ਸੁਨੀਲ ਜਾਖੜ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ ਕਿ ਜੋ ਤੁਸੀਂ ਚੰਨੀ ਹੋਰਾਂ ਦੇ ਬਾਰੇ ਦੇ ਵਿੱਚ ਕਮੈਂਟ ਕੀਤਾ ਉਹਦੇ ਤੇ ਆਪਦਾ 7 ਦਿਨ ਦੇ ਵਿੱਚ ਰਿਪਲਾਈ ਦਿਓ। 18 ਅਪ੍ਰੈਲ ਲੰਘੀ ਗਿੱਲ ਸਾਹਿਬ, ਸੁਨੀਲ ਜਾਖੜ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਜੋ ਕਾਰਵਾਈ ਕਰਨੀ ਆ ਕਰ ਦਿਓ, ਮੈਂ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ। ਯਾਨੀ ਕਿ ਉਹਨੇ ਸਿੱਧੇ ਤੌਰ ਦੇ ਉੱਤੇ ਬਗਾਵਤੀ ਸੁਰ ਦਿਖਾ ਦਿੱਤੇ ਨੇ। ਹੁਣ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਦਾ ਇੱਕ ਬਹੁਤ ਵੱਡਾ ਧੜਾ, ਲਗਭਗ ਬਰੋਬਰ ਦਾ ਧੜਾ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਾ ਦਿਖਾਈ ਦੇ ਰਿਹਾ। ਭਾਵੇਂ ਜਿੱਤੇ ਹੋਏ MLA ਘੱਟ ਹੋਣ, ਪਰ ਹਾਰੇ ਹੋਏ ਬਹੁਤ ਨੇ ਸਿੱਧੂ ਕੋਲੇ। ਆਮ ਆਦਮੀ ਪਾਰਟੀ ਦੇ ਜਿੰਨੇ ਵੀ 6-7 ਗਏ ਸੀ ਉਹ ਸਾਰੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਨੇ। ਤਾਂ ਉਹ ਨਾਲ ਲੈ ਕੇ, ਔਰ ਸੁਨੀਲ ਜਾਖੜ ਨਾਲ ਵੀ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਹੋਈਆਂ ਨੇ, ਉਹਨਾਂ ਨੂੰ ਨਾਲ ਲੈ ਕੇ ਉਹ ਕਿਤੇ ਨਾ ਕਿਤੇ ਇੱਕ ਗਰੁੱਪ ਖੜਾ ਕਰਦੇ ਨਜ਼ਰ ਆਉਂਦੇ ਨੇ। ਉਹਨੇ ਦੇ ਚੋਂ 2-3 ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਇੱਕ ਸੰਭਾਵਨਾ ਤਾਂ ਇਹ ਹੋ ਸਕਦੀ ਆ ਕਿ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਕਾਂਗਰਸ ਦੇ ਅੰਦਰ ਇੱਕ ਧੜਾ ਖੜਾ ਕਰਨ। ਜਦੋਂ ਤੱਕ ਕਾਂਗਰਸ ਉਹਨਾਂ ਨੂੰ ਬਾਹਰ ਦਾ ਰਸਤਾ ਨਹੀਂ ਦਿਖਾਉਂਦੀ ਬਾਂਹ ਫੜ ਕੇ, ਉਦੋਂ ਤੱਕ ਉਹ ਕਾਂਗਰਸ ਨੂੰ ਖੋਰਾ ਲਾਉਣ। ਦੂਸਰਾ ਇਹ ਹੋ ਸਕਦਾ ਕਿ ਖੇਤਰੀ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਵਧਣ। ਤੀਸਰਾ ਚਾਂਸ ਇਹ ਹੋ ਸਕਦਾ ਕਿ ਅੱਜ ਨਵਜੋਤ ਸਿੰਘ ਸਿੱਧੂ ਨੇ ਸੜਕਾਂ ਦੇ ਮਸਲੇ ਤੇ ਨਿਤਿਨ ਗਡਕਰੀ ਦੀ ਪ੍ਰਸ਼ੰਸਾ ਕੀਤੀ ਆ, ਕਿਤੇ ਉਸ ਪਾਸੇ ਨੂੰ ਵਧਣ ਵਾਲੀ ਸਥਿਤੀ ਵੀ ਨਵਜੋਤ ਸਿੰਘ ਸਿੱਧੂ ਦੀ ਹੋ ਵੀ ਸਕਦੀ ਆ। ਚਾਂਸਸ ਵੈਸੇ ਘੱਟ ਨੇ ਪੰਜਾਬ ਦੇ ਸੰਦਰਭ ਦੇ ਵਿੱਚ। ਉਂਝ ਇਹਨਾਂ ਨੇ ਗਵਰਨਰ ਨੂੰ ਮਿਲਣ ਦਾ ਸਮਾਂ ਜਿਹੜਾ ਨਵਜੋਤ ਸਿੰਘ ਸਿੱਧੂ ਭਰਾ ਨੇ ਉਹ ਵੀ ਲੈ ਲਿਆ। 3 ਜਣੇ ਨੇ ਜਿਹੜੇ ਜਾਣਗੇ, ਉਹਨਾਂ ਦੇ ਨੇਮ ਵੀ ਦੇ ਦਿੱਤੇ ਨੇ। ਪੰਜਾਬ ਦੇ ਮਸਲੇ ਪੰਜਾਬ ਦੇ ਰਾਜਪਾਲ ਕੋਲ ਉਠਾਉਣਗੇ।
ਸੋ ਸਰਗਰਮ ਕਿਤੇ ਨਾ ਕਿਤੇ ਨਜ਼ਰ ਆਉਂਦੇ ਨੇ। ਕਾਂਗਰਸ ਦੇ ਪੈਰਲਲ ਕਾਂਗਰਸ ਖੜੀ ਕਰਦੇ ਨਜ਼ਰ ਆਉਂਦੇ ਨੇ। ਕਾਂਗਰਸ ਨੂੰ ਇੱਕ ਬਹੁਤ ਵੱਡਾ ਖੋਰਾ ਲੱਗਦਾ ਨਜ਼ਰ ਆਉਂਦਾ। ਗਰੁੱਪਾਂ ਤੇ ਗੁੱਟਾਂ 'ਚ ਵੰਡੀ ਹੋਈ ਕਾਂਗਰਸ ਦੇ ਵਿੱਚ ਅੱਗੇ ਤਰੇੜਾਂ ਨੇ ਜਿਹੜੀਆਂ ਉਹ ਲਗਾਤਾਰ ਵੱਡੀਆਂ ਹੋ ਰਹੀਆਂ ਨੇ ਜੀ। ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਜੀ ਨੇ ਕੀ ਕਿਹਾ ਵੀ SYL ਦੇ ਰਾਹੀਂ ਪਾਣੀ ਜਾਣਾ ਚਾਹੀਦਾ ਹਰਿਆਣੇ ਨੂੰ। ਪੰਜਾਬ ਦੇ ਜੰਮੇ ਨੇ, ਦਿੱਤਾ ਫਿਰ ਸਿਲਾ ਜਾ ਕੇ। ਜੀ ਗਿੱਲ ਸਾਹਿਬ, ਵਾਕਈ ਤਾਂ ਇਹ ਇੱਕ ਵੱਡੀ ਗੱਲ ਆ ਜਿਹੜੀ ਇਹਨਾਂ ਨੇ ਕਹੀ ਹੈਗੀ, ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਹੁਣ ਰਾਜ ਸਭਾ ਮੈਂਬਰ ਭੇਜੇ ਨੇ ਉਹ ਵੀ ਇਸ ਰੂਪ ਦੇ ਵਿੱਚ ਭੇਜੇ ਨੇ। ਜਿਵੇਂ ਆਪਾਂ ਜ਼ਿਕਰ ਵੀ ਕੀਤਾ ਸੀ, ਇੱਕ ਲਵਲੀ ਵਾਲੇ ਨੂੰ ਜਿਤਾ ਕੇ ਭੇਜਤਾ ਰਾਜ ਸਭਾ ਦੇ ਵਿੱਚ, ਇੱਕ ਲੁਧਿਆਣੇ ਦੇ ਸਨਅਤਕਾਰ ਨੂੰ ਭੇਜਤਾ, ਇੱਕ ਹਰਭਜਨ ਭੱਜੀ ਨੂੰ ਭੇਜਤਾ, ਇੱਕ ਰਾਘਵ ਚੱਡੇ ਨੂੰ ਭੇਜਤਾ, ਇੱਕ ਦਿੱਲੀ IIT ਦੇ ਸਾਫ ਪ੍ਰੋਫੈਸਰ ਨੂੰ ਲਿਆ ਕੇ ਭੇਜਤਾ। ਇਵੇਂ ਜਿਵੇਂ ਜਿਹੜੇ 3 ਪਹਿਲਾਂ ਭੇਜੇ ਸੀ ਉਹਨਾਂ 'ਚ ਪਾਰਟੀ ਦਾ ਤਾਂ ਇੱਕੋ ਹੀ ਸੀ, ਸੰਜੇ ਸਿੰਘ, 2 ਬਿਜ਼ਨਸਮੈਨ ਸੀ, ਉਹ ਰਾਜ ਸਭਾ ਭੇਜਤੇ। ਹੁਣ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜਾ ਬਿਆਨ ਦਿੱਤਾ ਗਾ, ਉਹ ਬਿਆਨ ਬਹੁਤ ਹੀ ਵਿਵਾਦਪੂਰਨ ਹੈਗਾ। ਔਰ ਇਹ ਜਿਹੜਾ ਸੁਸ਼ੀਲ ਗੁਪਤਾ ਗਾ, ਜਿਹੜਾ ਆਮ ਆਦਮੀ ਪਾਰਟੀ ਨੇ ਰਾਜ ਸਭਾ ਭੇਜਿਆ ਹੋਇਆ ਦਿੱਲੀ ਤੋਂ, ਉਹਨੇ ਗਿੱਲ ਸਾਹਿਬ ਬਿਆਨ ਦਿੱਤਾ ਗਾ ਹਰਿਆਣਾ ਦੇ ਵਿੱਚੋਂ। ਔਰ ਉਹਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੂੰ ਕਿਹਾ ਕਿ ਪੰਜਾਬ 'ਚ ਦੇਖੋ ਸਾਡੀ ਸਰਕਾਰ ਹੈ, ਤੁਸੀਂ ਹਰਿਆਣਾ 'ਚ ਵੀ ਸਾਡੀ ਬਣਾ ਦਿਓ, SYL ਦਾ ਪਾਣੀ ਤੁਹਾਡੇ ਪਿੰਡਾਂ ਤੱਕ ਪਹੁੰਚਾਵਾਂਗੇ। ਔਰ ਉਹਨੇ ਕਿਹਾ ਕਿ SYL ਦਾ ਪਾਣੀ ਹਰਿਆਣੇ ਦੇ ਹਰ ਖੇਤ ਨੂੰ ਦੇਵਾਂਗੇ, ਤੁਸੀਂ ਸਾਡੀ ਸਰਕਾਰ ਬਣਾਓ, ਹਰਿਆਣੇ ਤੇ ਪੰਜਾਬ 'ਚ ਸਾਡੀ ਹੈਗੀ ਆ। ਸੋ ਹੁਣ ਜਿਹੜਾ ਇਹ ਬਿਆਨ ਆ ਉਹਦਾ ਬਹੁਤ ਵਿਵਾਦਪੂਰਨ ਬਿਆਨ ਹੈ। ਹੁਣ ਇਸ ਬਿਆਨ ਤੋਂ ਇਉਂ ਲੱਗਦਾ ਗਾ ਕਿ ਆਮ ਆਦਮੀ ਪਾਰਟੀ ਇਸ ਖਿੱਤੇ ਦੇ ਵਿੱਚ, ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ, ਦੇਖੋ ਦਿੱਲੀ 'ਚ ਉਹਨਾਂ ਦੀ ਸਰਕਾਰ ਆ, ਪੰਜਾਬ 'ਚ ਉਹਨਾਂ ਦੀ ਸਰਕਾਰ ਆ, ਹਿਮਾਚਲ ਦੇ ਵਿੱਚ ਉਹ ਪੂਰਾ ਜ਼ੋਰ ਲਾ ਰਹੇ ਨੇ। ਔਰ ਜੇ ਹਰਿਆਣੇ ਦੇ ਵਿੱਚ SYL ਦਾ ਮੁੱਦਾ ਜਿਸ ਤਰੀਕੇ ਦੇ ਨਾਲ ਗੁਪਤਾ ਜੀ ਨੇ ਠਾਇਆ ਗਾ, ਉਹਦੇ ਉੱਤੇ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਵੀ ਸਪਸ਼ਟੀਕਰਨ ਦੇਣਾ ਚਾਹੀਦਾ, ਅਰਵਿੰਦ ਕੇਜਰੀਵਾਲ ਨੂੰ ਵੀ ਆਪਦਾ ਸਪਸ਼ਟ ਕਰਨਾ ਚਾਹੀਦਾ ਕਿ ਉਹ SYL ਦੇ ਮਸਲੇ ਦੇ ਉੱਤੇ ਸੋਚਦੇ ਕੀ ਨੇ। ਇਹ ਬਿਆਨ ਉਹਨਾਂ ਦਿਨਾਂ ਦੇ ਵਿੱਚ ਆਇਆ ਜਦੋਂ ਹਰਿਆਣਾ ਦੀ ਜਿਹੜੀ ਸਰਕਾਰ ਹੈਗੀ ਉਹ SYL ਦੇ ਮਸਲੇ ਨੂੰ ਅਦਾਲਤ ਦੇ ਵਿੱਚ ਬੜੇ ਹੀ ਸੰਜੀਦਾ ਤਰੀਕੇ ਦੇ ਨਾਲ ਉਠਾਉਣ ਜਾ ਰਹੀ ਹੈ। ਜਦੋਂ ਹਰਿਆਣਾ ਦੀ ਸਰਕਾਰ ਹੈਗੀ ਜਿਹੜੀ ਉਹ SYL ਦੇ ਉੱਤੇ ਦਾਅਵਾ ਜਤਾ ਰਹੀ ਹੈ ਔਰ ਕਹਿ ਰਹੀ ਹੈ ਕਿ ਚੰਡੀਗੜ੍ਹ ਦੀ ਤੁਸੀਂ ਗੱਲ ਕਰਦੇ ਹੋ, ਪਹਿਲਾਂ SYL ਬਣਾਉਣੀ ਸ਼ੁਰੂ ਕਰੋ, ਤਾਂ ਅਜਿਹੇ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਕਿੱਥੇ ਖੜੀ ਆ। ਸੋ ਇਹ ਸਪਸ਼ਟੀਕਰਨ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਔਰ ਭਗਵੰਤ ਮਾਨ ਜੀ ਨੂੰ ਦੇਣਾ ਚਾਹੀਦਾ ਜੀ। ਸ਼੍ਰੀ ਹਨੂਮਾਨ ਜਯੰਤੀ ਤੇ ਜਿਹੜਾ ਝਗੜੇ ਹੋਏ ਨੇ, ਉਹ ਕਿਹੜੇ ਝਗੜੇ ਹੋਏ ਨੇ ਤੇ ਕਿੱਥੇ ਕਿੱਥੇ ਹੋਏ ਨੇ? ਦੇਖੋ ਗਿੱਲ ਸਾਹਿਬ, ਇਹ ਬੜੀ ਮੰਦਭਾਗੀ ਘਟਨਾਵਾਂ ਵਾਪਰੀਆਂ ਨੇ ਹਨੂਮਾਨ ਜਯੰਤੀ ਦੇ ਮੌਕੇ ਦੇ ਉੱਤੇ। ਇਹ ਤੋਂ ਪਹਿਲਾਂ ਰਾਮ ਨੌਮੀ ਵਾਲੇ ਦਿਨ ਆਪਾਂ ਜ਼ਿਕਰ ਕੀਤਾ ਸੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਲੈ ਕੇ ਭਾਰਤ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਦਰਜਨਾਂ ਥਾਵਾਂ ਦੇ ਉੱਤੇ ਜਿਹੜੇ ਘਟਨਾਵਾਂ ਵਾਪਰੀਆਂ। ਉਸ ਤੋਂ ਬਾਅਦ ਹੁਣ ਹਨੂਮਾਨ ਜਯੰਤੀ ਦੇ ਮੌਕੇ ਦੇ ਉੱਤੇ ਬਹੁਤ ਥਾਵਾਂ ਦੇ ਉੱਤੇ, ਆਂਧਰਾ ਪ੍ਰਦੇਸ਼ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਕਰਨਾਟਕਾ ਦੇ ਹੁਬਲੀ ਦੇ ਵਿੱਚ ਬਹੁਤ ਹੰਗਾਮੇ ਹੋਏ। ਸਭ ਤੋਂ ਜਿਹੜਾ ਮਤਲਬ ਵੱਡੀ ਹਿੰਸਕ ਝੜਪ ਉਸ ਦਿਨ ਵਾਪਰੀ ਉਹ ਵਾਪਰੀ ਹੈ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਗਿੱਲ ਸਾਹਿਬ ਅਜਿਹਾ ਘਟਨਾਕ੍ਰਮ ਵਾਪਰਿਆ, ਜਹਾਂਗੀਰਪੁਰੀ ਇਲਾਕਾ ਗਾ, ਜਹਾਂਗੀਰਪੁਰੀ ਇਲਾਕੇ ਦੇ ਵਿੱਚ ਅਜਿਹਾ ਘਟਨਾਕ੍ਰਮ ਵਾਪਰਿਆ ਕਿ ਹਨੂਮਾਨ ਜਯੰਤੀ ਵਾਲੇ ਦਿਨ ਲੋਕ ਇਕੱਠੇ ਹੋ ਕੇ ਜਾ ਰਹੇ ਸੀ ਔਰ ਮਸਜਿਦ ਦੇ ਅੱਗੋਂ ਲੰਘਣ ਲੱਗੇ ਤਾਂ ਉੱਥੇ ਹਿੰਸਕ ਝੜਪ ਹੋ। ਹੁਣ ਇਹਦੇ ਤੇ 2 ਤਰ੍ਹਾਂ ਦੇ ਵਿਚਾਰ ਜਿਹੜੇ ਸਾਹਮਣੇ ਆ ਰਹੇ ਨੇ। ਇੱਕ ਪਾਸੇ ਇੱਕ ਪੱਖ ਤਾਂ ਇਹ ਕਹਿ ਰਿਹਾ ਗਾ ਕਿ ਜਦੋਂ ਮਸਜਿਦ ਕੋਲੋਂ ਲੰਘਣ ਲੱਗੇ ਤਾਂ ਉਦੋਂ ਪੱਥਰਬਾਜ਼ੀ ਸ਼ੁਰੂ ਹੋਈ। ਦੂਸਰਾ ਪੱਖ ਕਹਿ ਰਿਹਾ ਕਿ ਮਸਜਿਦ ਦੇ ਵਿੱਚ ਭਗਵਾਂ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਜਾਣ ਬੁੱਝ ਕੇ ਇਹ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਹੋਇਆ। ਹੁਣ ਇਹਦੇ ਵਿੱਚ ਗਿੱਲ ਸਾਹਿਬ ਸਥਿਤੀ ਇੱਥੋਂ ਤੱਕ ਜਾ ਪਹੁੰਚੀ ਆ ਕਿ ਜਿਸ ਪੁਲਿਸ ਅਫਸਰ ਨੇ ਸਾਰੇ ਘਟਨਾਕ੍ਰਮ ਦੀ ਰਿਪੋਰਟ ਤਿਆਰ ਕੀਤੀ ਆ, ਉਹਦੇ ਉੱਤੇ ਵੀ ਇੱਕ ਪਾਸਾ ਰਿਪੋਰਟ ਤਿਆਰ ਕਰਨ ਦੇ ਜਿਹੜੇ ਇਲਜ਼ਾਮ ਨੇ ਉਹ ਲੱਗ ਰਹੇ ਨੇ। 23 ਲੋਕਾਂ ਨੂੰ ਹੁਣ ਤੱਕ ਇਸ ਵਿਸ਼ੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਿਆ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਮੁਸਲਿਮ ਧਰਮ ਨਾਲ ਸੰਬੰਧਿਤ ਨੌਜਵਾਨ ਨੇ। ਪੁਲਿਸ ਕਹਿ ਰਹੀ ਹੈ ਕਿ ਉਹਨਾਂ ਦੇ ਵਿੱਚੋਂ ਕੁਛ ਦਾ ਜਿਹੜਾ ਰਿਕਾਰਡ ਹੈਗਾ ਉਹ ਕ੍ਰਿਮੀਨਲ ਬੈਕਗ੍ਰਾਉਂਡ ਦਾ ਰਿਕਾਰਡ ਆ। 23 ਜਣਿਆਂ ਦੇ ਵਿੱਚੋਂ ਜਿਹੜੇ ਕੁਝ ਵਿਅਕਤੀ ਗ੍ਰਿਫਤਾਰ ਕੀਤੇ ਗਏ। ਹਾਲਾਂਕਿ ਪੁਲਿਸ ਦਾ ਇਹ ਦਾਅਵਾ ਕਿ ਦੋਨੇ ਪੱਖਾਂ ਦੇ ਲੋਕਾਂ ਨੂੰ ਵੀ ਅਸੀਂ ਗ੍ਰਿਫਤਾਰ ਹੈਗਾ ਜਿਹੜਾ ਉਹ ਕੀਤਾ ਗਾ। ਔਰ ਅੱਜ ਜਿਹੜੀ ਦਿੱਲੀ ਪੁਲਿਸ ਨੇ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਸੌਂਪੀ ਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਡਰੋਨਾਂ ਰਾਹੀਂ ਨਿਗਾਹ ਰੱਖ ਰਹੇ ਹਾਂ, ਅਸੀਂ ਇੱਥੇ ਮਤਲਬ ਬਹੁਤ ਵੱਡੀ ਗਿਣਤੀ 'ਚ ਪੁਲਿਸ ਲਾਤੀ, IPS ਅਫਸਰ ਤੈਨਾਤ ਕਰਤੇ। ਪਰ ਸਵਾਲ ਇਹ ਵੀ ਖੜਾ ਹੁੰਦਾ ਗਾ ਕਿ ਪੁਲਿਸ ਨੇ ਉਸ ਦਿਨ ਮੁਸਤੈਦੀ ਕਿਉਂ ਨਾ ਵਰਤੀ। ਪੁਲਿਸ ਨੂੰ ਪਤਾ ਸੀ ਕਿ ਮਸਜਿਦ ਦੇ ਅੱਗੋਂ ਇਹ ਸਾਰਾ
ਲੰਘ ਰਿਹਾ ਕਾਫਲਾ, ਤਾਂ ਉਹਨਾਂ ਨੂੰ ਉਸ ਵਕਤ ਹੀ ਸਾਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਰੱਖਣੀ ਚਾਹੀਦੀ ਸੀ। ਦੂਸਰਾ ਕਿ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ, ਚਾਹੇ ਉਹ ਰਾਗ ਹੀ, ਚਾਹੇ ਉਹ ਇੰਟੈਲੀਜੈਂਸ ਬਿਊਰੋ ਆ, ਚਾਹੇ CID ਆ, ਚਾਹੇ ਉਹ ਕਾਊਂਟਰ ਇੰਟੈਲੀਜੈਂਸ ਆ, ਚਾਹੇ ਇਹਨਾਂ ਦੀਆਂ ਦੂਸਰੀਆਂ ਏਜੰਸੀਆਂ NIA ਵਗੈਰਾ, ਕਿ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਘਟਨਾਕ੍ਰਮ ਵਾਪਰ ਸਕਦਾ ਹੈ, ਕਿ ਉਹ ਸਿਰਫ ਵਿਰੋਧੀਆਂ ਦੇ ਫੋਨ ਟੇਪ ਕਰਨ ਦੇ ਉੱਤੇ ਲਾਈਆਂ ਹੋਈਆਂ ਨੇ। ਤਾਂ ਕਿਤੇ ਨਾ ਕਿਤੇ ਸਰਕਾਰੀ ਨਗਹਿਲੀ ਵੀ ਨਜ਼ਰ ਆ ਰਹੀ ਹੈ। ਪਰ ਜੋ ਹੋਇਆਗਾ ਬੜੀ ਮੰਦਭਾਗੀ ਘਟਨਾ ਗੀ, ਔਰ ਇਹਦਾ ਸੇਕ ਹੈਗਾ ਜਿਹੜਾ ਬਹੁਤ ਦੂਰ ਤੱਕ ਜਾ ਰਿਹਾ ਹੈ। ਅੱਛਾ ਬੱਤੀ ਸਾਹਿਬ, ਇੱਕ ਦੱਸਿਓ ਜੀ, ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਦਲਿਤ ਵਿਦਿਆਰਥੀ 10ਵੀਂ 'ਚ ਪੜ੍ਹਦੇ ਨੂੰ ਕੁੱਟਿਆ ਗਿਆ ਤੇ ਫਿਰ ਪੈਰ ਚੱਟਣ ਲਈ ਮਜਬੂਰ ਕੀਤਾ ਗਿਆ ਜੀ। ਜੀ ਗਿੱਲ ਸਾਹਿਬ, ਇਹ ਵੀ ਘਟਨਾਕ੍ਰਮ ਉੱਤਰ ਪ੍ਰਦੇਸ਼ ਦੇ ਵਿੱਚ ਵਾਪਰਿਆਗਾ, ਔਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ। ਪੁਲਿਸ ਹੁਣ ਹਰਕਤ ਦੇ ਵਿੱਚ ਆਈ ਹੈ, ਔਰ ਰਾਏਬਰੇਲੀ ਦੇ ਜਿਹੜੇ SP ਨੇ ਸ਼ਲੋਕ ਕੁਮਾਰ, ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਆਪਦਾ ਪ੍ਰਤੀਕਰਮ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਇਸ ਵਿਸ਼ੇ ਦੇ ਵਿੱਚ ਮੁੱਖ ਮੁਲਜ਼ਮ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ, ਉਹ ਨਾਬਾਲਗ ਹੈ। 6 ਹੋਰਾਂ ਦੀ ਪਛਾਣ ਆ ਜਿਹੜੀ ਉਹ ਕੀਤੀ ਗਈ ਹੈ। ਦਰਅਸਲ ਹੋਇਆ ਇਵੇਂ ਹੀ ਹੈ ਕਿ 10ਵੀਂ ਜਮਾਤ ਦੇ ਦਲਿਤ ਵਰਗ ਦੇ ਨਾਲ ਸੰਬੰਧਿਤ ਇੱਕ ਵਿਦਿਆਰਥੀ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਅਣਮਨੁੱਖੀ ਸਲੂਕ ਕੀਤਾ ਗਿਆ, ਔਰ ਉਸ ਤੋਂ ਬਾਅਦ ਵਿਰੋਧੀਆਂ ਦੇ ਪੈਰ ਚੱਟਣ ਦੇ ਲਈ ਉਹਨੂੰ ਮਜਬੂਰ ਕੀਤਾ ਗਿਆ। ਉਸ ਤੋਂ ਬਾਅਦ ਉਹਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ। ਪਤਾ ਲੱਗਿਆ ਕਿ ਜਿਸ ਸਕੂਲ ਦੇ ਵਿੱਚ 10ਵੀਂ ਦਾ ਵਿਦਿਆਰਥੀ ਆ, ਉਸੇ ਸਕੂਲ ਦੇ ਜਿਹੜੇ ਪਾਸ ਆਊਟ ਵਿਦਿਆਰਥੀ ਨੇ ਪਹਿਲਾਂ ਸੀਨੀਅਰ, ਉਹਨਾਂ ਨੇ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ। ਪਤਾ ਗਿੱਲ ਸਾਹਿਬ, ਰੈਕਿੰਗ ਦੇ ਨੇੜੇ ਤੇੜੇ ਦਾ ਮਸਲਾ ਲੱਗਦਾ ਹੈਗਾ ਕਿ ਉਹਨਾਂ ਦੀ ਗੱਲ ਮੰਨਣ ਤੋਂ, ਜਿਹੜੇ ਸੀਨੀਅਰਾਂ ਦੀ ਤੋਂ ਇਸ 10ਵੀਂ ਦੇ ਸਟੂਡੈਂਟ ਨੇ ਇਨਕਾਰ ਕੀਤਾ, ਤਾਂ ਉਹਨਾਂ ਨੇ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ। ਮੁੱਢਲੀ ਜਾਂਚ ਦੇ ਵਿੱਚ ਇਹੀ ਗੱਲ ਸਾਹਮਣੇ ਆਈ ਹੈ, ਪਰ ਜੋ ਵੀ ਹੈ ਬੜਾ ਮੰਦਭਾਗਾ ਘਟਨਾਕ੍ਰਮ ਜੀ। ਅੱਛਾ ਜੀ, ਇੱਕ ਦੱਸਿਓ ਵੀ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਜਿਹੜੀ ਜੀਪ ਚੜ੍ਹਾਈ ਗਈ, ਗੱਡੀਆਂ ਚੜ੍ਹਾਈਆਂ ਗਈਆਂ, ਉਹਦੇ 'ਚ ਮਿਸ਼ਰਾ ਦੀ ਫਿਰ ਜ਼ਮਾਨਤ ਰੱਦ ਹੋ ਗਈ ਜੀ। ਜੀ ਗਿੱਲ ਸਾਹਿਬ, ਵਾਕਈ ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਕੇਸ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਆ। ਦਰਅਸਲ ਸੁਪਰੀਮ ਕੋਰਟ ਵੱਲੋਂ ਜਿਹੜਾ ਹਾਈ ਕੋਰਟ ਦਾ ਫੈਸਲਾ ਗਾ, ਉਹਨੂੰ ਉਲਟਾਇਆ ਗਿਆ ਗਾ। ਇਲਾਹਾਬਾਦ ਹਾਈ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ ਸੀਗੀ, ਔਰ ਹੁਣ ਸੁਪਰੀਮ ਕੋਰਟ ਦੇ ਚੀਫ ਜਸਟਿਸ NV ਰਮੰਨਾ ਔਰ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਹਿਮਾ ਕੋਹਲੀ ਦੇ ਵਿਸ਼ੇਸ਼ ਬੈਂਚ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਹਾਈ ਕੋਰਟ ਨੇ ਗੈਰ ਮੁਨਾਸਿਬ ਵਿਚਾਰਾਂ ਤੇ ਗੌਰ ਕੀਤਾ ਤੇ FIR ਵਿਚਲੇ ਵਿਸ਼ਾ ਵਸਤੂ ਨੂੰ ਲੋੜੋਂ ਵੱਧ ਮਹੱਤਵ ਦਿੱਤਾ। ਸੁਪਰੀਮ ਕੋਰਟ ਨੇ ਸਬੰਧਤ ਤੱਥਾਂ ਤੇ ਇਸ ਤੱਥ ਵੱਲ ਧਿਆਨ ਦੇਣ ਮਗਰੋਂ ਕਿ ਪੀੜਤਾਂ ਨੂੰ ਸੁਣਵਾਈ ਦਾ ਪੂਰਾ ਮੌਕਾ ਨਹੀਂ ਦਿੱਤਾ ਗਿਆ, ਜ਼ਮਾਨਤ ਅਰਜ਼ੀ ਨੂੰ ਜਿਹੜਾ ਗਾ ਮੈਰਿਟ ਡੀਮੈਟ ਦੇ ਆਧਾਰ ਦੇ ਉੱਤੇ ਨਵੇਂ ਸਿਰੇ ਤੋਂ ਸੁਣਵਾਈ ਦੇ ਲਈ ਭੇਜ ਦਿੱਤਾ ਗਾ। ਔਰ ਗਿੱਲ ਸਾਹਿਬ, ਇਹ ਪਤਾ ਲੱਗਿਆ ਗਾ ਕਿ ਅਦਾਲਤ ਨੇ ਸਪਸ਼ਟ ਕਿਹਾ ਗਾ ਕਿ ਪੀੜਤਾਂ ਦੀ ਸੁਣਵਾਈ ਤੋਂ ਇਨਕਾਰ ਤੇ ਹਾਈ ਕੋਰਟ ਵੱਲੋਂ ਵਿਖਾਈ ਗਈ ਕਾਹਲ ਜ਼ਮਾਨਤ ਅਰਜ਼ੀ ਸੰਬੰਧੀ ਹੁਕਮ ਰੱਦ ਕਰਨ ਦੇ ਲਈ ਯੋਗ ਕਾਰਨ ਬਣੇ ਨੇ। ਔਰ ਇਹ ਪਤਾ ਲੱਗਿਆ ਗਾ ਕਿ ਇਲਾਹਾਬਾਦ ਹਾਈ ਕੋਰਟ ਦੇ ਹੁਕਮਾਂ ਨੂੰ ਜਿਹੜਾ ਉਹ ਬਰਕਰਾਰ ਨਹੀਂ ਰੱਖਿਆ ਜਾ ਸਕਦਾ, ਉਹਨਾਂ ਨੂੰ ਰੱਦ ਕਰਨਾ ਹੋਏਗਾ। ਹੁਣ ਆਸ਼ੀਸ਼ ਮਿਸ਼ਰਾ ਨੂੰ 1 ਹਫ਼ਤੇ ਦੇ ਅੰਦਰ ਅੰਦਰ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਗਿਆ ਗਾ, ਔਰ 50-7 ਦਿਨਾਂ ਦੇ ਵਿੱਚ ਇਹ ਜੇਲ੍ਹ ਜਾਏਗਾ। ਸੋ ਇਹ ਕਿਸਾਨ ਸੰਘਰਸ਼ ਦੀ ਇੱਕ ਵੱਡੀ ਜਿੱਤ ਹੈ, ਕਿਸਾਨਾਂ ਦੀ ਵੱਡੀ ਜਿੱਤ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਵਿੱਚ ਅਸਲ ਦੇ ਵਿੱਚ ਗਿੱਲ ਸਾਹਿਬ ਜਿਹੜਾ ਇਹਦਾ ਬਾਪ ਆ, ਉਹ ਮੰਤਰੀ ਵੀ ਨਹੀਂ ਸੀ ਬਣਦਾ। ਉਹਦੇ ਨਾਲ ਬਹੁਤ ਸੀਨੀਅਰ MLA ਹੈਗੇ ਨੇ, ਉਹ MP ਹੈਗੇ ਨੇ, ਔਰ ਉਸ ਨੂੰ ਇਸ ਕਰਕੇ MP ਨੂੰ ਮੰਤਰੀ ਬਣਾਇਆ ਗਿਆ ਕਿਉਂਕਿ ਉਹ ਮਿਸ਼ਰਾ ਕਮਿਊਨਿਟੀ ਨੂੰ ਬਿਲੋਂਗ ਕਰਦਾ, ਔਰ ਉਹਨਾਂ ਦੀਆਂ ਉਸ ਖੇਤਰ ਦੇ ਵਿੱਚ ਕਾਫੀ ਵੋਟਾਂ ਨੇ। ਔਰ ਇਹੀ ਗੱਲ ਮੰਨੀ ਗਈ ਆ ਕਿ ਪੁਲਿਸ ਨੇ ਜਿਹੜੀ FIR ਔਰ ਚਲਾਨ ਦੇ ਆਧਾਰ ਦੇ ਉੱਤੇ ਜੋ ਹਾਈ ਕੋਰਟ ਨੇ ਮਤਲਬ ਇਹਨੂੰ ਵੇਲ ਦਿੱਤੀ, ਉਹਦਾ ਲਾਹਾ BJP ਨੂੰ ਉੱਤਰ ਪ੍ਰਦੇਸ਼ ਦੀ ਇਲੈਕਸ਼ਨ ਦੇ ਵਿੱਚ ਮਿਲਿਆਗਾ। ਤਾਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਲੱਦਿਆ, ਔਰ ਕਿਸਾਨ ਜਥੇਬੰਦੀਆਂ ਵੀ ਇਹਨੂੰ ਆਪਦੀ ਜਿੱਤ ਜਿਹੜੀ ਉਹ ਦੱਸ ਰਹੀਆਂ ਨੇ ਜੀ। ਧੰਨਵਾਦ ਜੀ। ਕੱਲ ਫੇਰ ਸਵੇਰੇ 9:15 ਵਜੇ ਤੁਹਾਡੇ ਨਾਲ ਸਾਂਝ ਪਵੇਗੀ ਤੇ ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰ ਰਹੇ ਸੀ, ਪੱਤੀ ਸੇਖਵਾਂ ਤੋਂ ਦੇਸ਼ ਪੰਜਾਬ ਦੇ ਝਰੋਖੇ ਚੋਂ। ਕੌਮਾਂ ਆਪਣਾ ਮਨੋਬਲ ਤੇ ਦੇਸ਼ ਆਪਣੇ ਮਨੋਬਲ ਉੱਚਾ ਰੱਖਣ ਲਈ ਕਈ ਵਾਰ ਅਜਿਹਾ ਕੁਝ ਕਰਦੀਆਂ ਨੇ ਜਿਹੜਾ ਹੁੰਦਾ ਤਾਂ ਸਿੰਬੋਲਿਕ ਹੈ, ਪਰ ਉਹ ਸੱਟ ਬਹੁਤ ਮਾਰਦਾ। 80 ਵਰ੍ਹੇ ਪਹਿਲਾਂ ਦੀ ਗੱਲ ਇੱਕ ਤੁਹਾਨੂੰ ਸੁਣਾਉਣਾ ਮੈਂ। 18 ਅਪ੍ਰੈਲ 1942 ਦੀ ਗੱਲ ਹੈ ਇਹ।
ਹੋਇਆ ਕਿ ਦੂਜੀ ਸੰਸਾਰ ਜੰਗ ਦੇ ਵਿੱਚ, ਯੁੱਧ ਦੇ ਵਿੱਚ ਅਮਰੀਕਾ ਦੀ ਘਰੇ ਆ ਕੇ ਜਦ 7 ਦਸੰਬਰ 1941 ਨੂੰ ਪਰਲ ਹਾਰਬਰ 'ਤੇ ਹਵਾਈ ਦੇ ਵਿੱਚ ਜਾਪਾਨ ਨੇ ਹਮਲਾ ਕੀਤਾ ਤਾਂ ਅਮਰੀਕਨ ਜਿਹੜੇ ਉਹਦੇ ਮਨੋਬਲ ਨੂੰ, ਉਹਦੇ ਨੂੰ ਬੜੀ ਢਾਹ ਲੱਗੀ। ਰਾਸ਼ਟਰਪਤੀ ਰੂਜ਼ਵੈਲਟ ਨੇ ਇਹ ਗੱਲ ਕੀਤੀ ਵੀ ਹੁਣ ਕੀਤਾ ਕੀ ਜਾਵੇ। ਫਿਰ ਗੱਲਬਾਤ ਚੱਲੀ ਕਿ ਜਾਪਾਨ ਦੇ ਵਿੱਚ ਜਾ ਕੇ ਹਮਲਾ ਕੀਤਾ ਜਾਵੇ। ਇਸ ਨੂੰ ਡੂ ਲਿਟਲ ਰੇਡ ਕਹਿੰਦੇ ਨੇ, ਡੂ ਲਿਟਲ ਰੇਡ, ਕਿਉਂਕਿ US ਆਰਮੀ ਦੇ, US ਏਅਰ ਫੋਰਸ ਦੇ ਲੈਫਟੀਨੈਂਟ ਕਰਨਲ ਜੇਮਸ ਡੂ ਲਿਟਲ ਨੇ ਇਸ ਨੂੰ ਅਗਵਾਈ ਦਿੱਤੀ। 16 B-25B ਮਿਚਲ ਜਿਹੜੇ ਮੀਡੀਅਮ ਬੰਬਰ ਸੀ, 2 ਪੱਖਿਆਂ ਵਾਲੇ, ਉਹਨੂੰ ਹਰ ਇੱਕ 'ਤੇ 5-5 ਜਣੇ, ਉਹਨੂੰ US ਦਾ ਉਸ ਸਮੇਂ ਏਅਰਕ੍ਰਾਫਟ ਕੈਰੀਅਰ USS ਹਾਰਨਟ ਤੋਂ ਪੈਸੀਫਿਕ ਓਸ਼ਨ ਦੇ ਵਿੱਚ ਲਿਜਾ ਕੇ ਚਾੜ ਕੇ ਤੇ ਦਿਨ ਚੜ੍ਹਦੇ ਨੂੰ ਹਮਲਾ ਬੋਲਿਆ 16 ਨੇ, ਜਿਨ੍ਹਾਂ ਦੀ ਪਲਾਨ ਇਹ ਕੀਤੀ ਗਈ ਵੀ ਤੁਸੀਂ ਜਾ ਕੇ ਚੀਨ ਦੇ ਵਿੱਚ ਉਤਰਨਾ, ਜਿਹੜੀ ਅਨਆਕੂਪਾਈਡ ਏਰੀਆ, ਜਾਂ ਕੁਛ ਰਸ਼ੀਆ 'ਚ ਵੀ ਉਤਰ ਸਕਦੇ ਹੋ। ਵਾਪਸ ਮੁੜ ਨਹੀਂ ਸੀ ਹੋਣਾ, ਤੇਲ ਇੰਨਾ ਹੈ ਨਹੀਂ ਸੀ। ਅਤੇ ਇਹਦੇ 'ਚ ਜਾਪਾਨ ਦੇ ਵਿੱਚ 50 ਜਣੇ ਮਾਰੇ ਗਏ, 400 ਜ਼ਖਮੀ ਹੋਏ। ਅਤੇ ਵੱਡੀ ਗੱਲ ਕਿ ਜੈਪਨੀਜ਼ ਮਿਲਟਰੀ ਇੰਡਸਟਰੀਅਲ ਟਾਰਗੇਟ ਕੀਤੇ ਗਏ ਅਤੇ ਦਿਮਾਗੀ ਤੌਰ 'ਤੇ ਸੱਟ ਮਾਰਨ ਲਈ ਇਹ ਗੱਲ ਕੀਤੀ। 16 ਇਹ 'ਚ ਕਰੀਬ ਇਨਵੋਲਵ ਸੀ, 14 ਜਿਹੜੇ ਰਿਟਰਨ ਹੋ ਗਏ ਅਤੇ 2 ਜਿਹੜੇ ਨੇ, ਇੱਕ ਆਈਲੈਂਡ 'ਤੇ ਉਤਰ ਗਿਆ ਉੱਥੇ ਹੀ ਜਾਪਾਨ 'ਚ, ਅਤੇ ਇੱਕ ਉਤਰਿਆ ਵਲਾਡੀਵੋਸਟੋਕ ਦੇ ਵਿੱਚ, ਸੋਵੀਅਤ ਯੂਨੀਅਨ ਦੇ ਵਿੱਚ, ਜਿਹੜਾ ਤੇਲ ਘਟਣ ਕਰਕੇ ਜਾਪਾਨ 'ਚ ਉਤਰਿਆ, ਉਹ ਫੜ ਲਏ, ਉਹਦੇ 'ਚੋਂ 3 ਨੂੰ ਮਾਰ ਦਿੱਤਾ। ਪੂਰੀ ਪਲਾਨ ਇਹਦੇ 'ਤੇ ਕੀਤੀ। ਜਾਂ ਪ੍ਰੈਜ਼ੀਡੈਂਟ ਫਰੈਂਕਲਿਨ ਡੀ ਰੂਜ਼ਵੈਲਟ ਨੇ ਇਹ ਗੱਲ ਕੀਤੀ ਬਈ ਇਹਨੂੰ ਕਿਵੇਂ ਤਿਆਰ ਕੀਤਾ ਜਾਵੇ 21 ਦਸੰਬਰ 1941 ਪਰਲ ਹਾਰਬਰ ਤੋਂ ਬਾਅਦ। ਫਿਰ ਇਹ ਕਹਾਣੀ ਹੋਈ ਕਿ ਇਹ ਜਹਾਜ਼ ਜਿਹੜੇ ਵਰਤੇ ਜਾਣ, ਜਿਹੜੇ 900 ਕਿਲੋ ਦੇ ਬੰਬ ਲੈ ਕੇ ਜਾਣ, ਅਤੇ ਇਹਨਾਂ ਦੇ ਵਿੱਚ ਜਿਹੜਾ ਕੁਛ ਇਹਨੂੰ ਬਦਲਿਆ ਗਿਆ ਅਤੇ ਇਸ ਦੀ ਟ੍ਰੇਨਿੰਗ ਜਿਹੜੀ ਫਲੋਰੀਡਾ ਦੇ ਵਿੱਚ ਕੀਤੀ, ਅਤੇ ਫਿਰ ਕੈਲੀਫੋਰਨੀਆ ਦੇ ਤੱਟ ਤੋਂ ਗੋਲਡਨ ਗੇਟ ਦੇ ਥੱਲੇ ਦੀ ਲੰਘ ਕੇ ਇਹ ਗਏ ਅਤੇ ਨੇੜੇ ਜਾ ਕੇ ਇਹਨੇ 600 ਮੀਲ ਤੱਕ ਜਾਣਾ ਸੀ, ਪਰ ਇੱਕ ਟੋਲ ਆਊ ਕਿਸ਼ਤੀ ਨੇ ਇਹਨਾਂ ਨੂੰ 800 ਮੀਲ 'ਤੇ ਵੇਖ ਲਿਆ ਅਤੇ ਉੱਥੋਂ ਹੀ ਉਡਾਉਣਾ ਪਏ ਇਹ। ਅਤੇ ਇਹਦੇ ਵਿੱਚੋਂ ਖਾਸਾ ਕੁਛ 'ਚ ਕੀਤਾ ਗਿਆ, ਡੀ ਆਈਸਰ ਲਾਏ ਗਏ, ਐਂਟੀ ਆਈਸਰ ਲਾਏ ਗਏ, ਅਤੇ ਸਟੀਲ ਬਲਾਸਟ ਪਲੇਟਸ ਲਾਈਆਂ ਗਈਆਂ ਫਿਊਜ਼ੇਲਾਜ ਦੇ ਵਿੱਚ, ਅਤੇ ਰੇਡੀਓ ਇਹਦੇ ਵਿੱਚੋਂ ਲੀਅਨ ਜਿਹੜਾ ਰੇਡੀਓ, ਉਹ ਵੇਟ ਘਟਾਉਣ ਲਈ ਕੀਤਾ ਗਿਆ 160 ਗੈਲਨ ਦਾ, ਅਤੇ ਇੱਕ ਹੋਰ ਫਿਊਲ ਟੈਂਕ ਲਾਇਆ ਗਿਆ, ਅਤੇ ਬੰਬ ਜਿਹੜਾ ਜਿੱਥੇ ਬੰਬ ਨੇ ਉੱਥੇ, ਅਤੇ 1141 ਗੈਲਨ ਅਮਰੀਕਨ ਗੈਲਨ ਜਿਹੜੀ ਇਹਦੀ ਕਪੈਸਿਟੀ ਬਣਾਈ ਗਈ। ਅਤੇ ਫਿਰ ਇਸ ਨੂੰ ਪੂਰਾ ਤਿਆਰ ਕਰਕੇ ਇਸ ਨੂੰ ਲੈ ਕੇ ਗਏ, ਅਤੇ 1 ਅਪ੍ਰੈਲ 1942 ਨੂੰ ਜਿਹ 'ਚ 16 ਮੋਡੀਫਾਈਡ ਬੰਬਰ, 5 ਬੰਦੇ ਹਰ ਇੱਕ 'ਤੇ, ਅਤੇ 71 ਅਫੀਸਰ ਨਾਲ, 130 ਨਾਲ ਹੋਰ ਜਣੇ, ਅਤੇ ਐਲਾਮੇਡਾ ਕੈਲੀਫੋਰਨੀਆ ਤੋਂ ਇਹ ਲੱਦ ਲਏ, ਅਤੇ 4 ਜਿਹੜੇ ਬੰਬ 250, 225 ਕਿਲੋ ਦੇ ਇਹਦੇ 'ਚ ਲੱਦ ਲਏ। ਅਤੇ ਇਸ ਨੇ ਬਸ ਨੇੜੇ ਜਦ ਜਾਣਾ ਸੀ ਅਤੇ ਫਿਰ ਇਸ ਨੂੰ ਦੇਖ ਲਿਆ। 18 ਅਪ੍ਰੈਲ ਨੂੰ ਸਵੇਰੇ ਇਸ ਨੂੰ
750 ਮੀਲ ਤੋਂ ਜਾਪਾਨ ਤੋਂ ਦੂਰ ਇੱਕ ਜੈਪਨੀਜ਼ ਬੋਟ ਨੇ ਦੇਖ ਲਿਆ ਅਤੇ ਬੋਟ ਤਾਂ ਉਡਾ ਦਿੱਤੀ, ਨਾਲ ਇਹਦੇ ਜਿਹੜੇ ਡਿਸਟਰੋਇਰ ਗਏ, ਨਾਲ ਇੱਕ ਤੇਲ ਵਾਲਾ ਟੈਂਕਰ ਗਿਆ, ਬਸ ਫਿਰ ਉਡਾ ਲਏ। ਇਹ ਜਿਸ ਤਰ੍ਹਾਂ ਹੁਣ ਵਿੰਚ ਦੇ ਨਾਲ ਟਾਈਟ ਕਰਕੇ ਤੇਜ਼ ਕਰਕੇ ਉਡਾਉਂਦੇ ਆ, ਇਸ ਤਰ੍ਹਾਂ ਨਹੀਂ, ਇਹ ਆਪ ਹੀ ਉੱਡੇ। ਫਿਰ ਇਹਨਾਂ ਨੇ ਯੋਕੋਸੂਕਾ, ਨਿਗੋਇਆ, ਕੋਬੀ, ਓਸਾਕਾ ਇਹਦੇ ਵਿੱਚ ਜਾ ਕੇ ਹਮਲੇ ਕੀਤੇ, ਤਰਥੱਲੀ ਮਚਾਤੀ ਜਾਪਾਨ ਦੇ ਵਿੱਚ, ਅਤੇ ਬਹੁਤ ਨੀਵੇਂ ਉੱਡੇ। ਇਹ 13 ਘੰਟੇ ਬਾਅਦ ਇਹ ਲੈਂਡ ਹੋਏ ਜਾ ਕੇ ਚਾਈਨੀਜ਼ ਜਿਹੜੀ ਅਨਆਕੂਪਾਈਡ ਚੀਨ ਸੀ ਉਹਦੇ 'ਚ। ਇੱਕ ਦੇਖ ਲਓ, ਤੁਹਾਨੂੰ ਦੱਸੇ 14 ਅਤੇ ਇੱਕ 15ਵਾਂ ਰਸ਼ੀਆ 'ਚ, 16ਵਾਂ ਜਿਹੜਾ ਇਹ ਮਤਲਬ ਬਹੁਤਿਆਂ ਦੇ ਤੇਲ ਮੁੱਕ ਗਏ, ਜਹਾਜ਼ ਛੱਡ ਕੇ ਉੱਪਰੋਂ ਇਹਨਾਂ ਨੇ ਜਿਹੜੇ ਉਤਰਿਆ ਡੂ ਲਿਟਲ ਜਿਹੜਾ ਕਰਨਲ ਸੀ, ਉਸਨੇ ਵੀ ਆਪਣਾ ਜਿਹੜਾ ਕਰੂ ਸੀ ਉਸ ਨੂੰ ਕਿਹਾ ਕਿ ਮਾਰ ਦਿਓ ਛਾਲਾਂ, ਤਾਂ ਮੁੱਕ ਗਿਆ ਤੇਲ। ਪਤਾ ਸੀ ਵੀ ਵਾਪਸ ਅਮਰੀਕਾ ਨਹੀਂ ਆ ਸਕਦੇ, ਪਰਲੇ ਬੰਨੇ ਨੂੰ ਜਾਣਾ ਪਊਗਾ। ਸੋ ਇਹ ਇਸ ਨੂੰ ਬਹੁਤ ਨੀਵਾਂ ਉਡਾ ਕੇ ਲੈ ਕੇ ਗਏ। ਉਹ ਫਿਰ ਜਾਪਾਨ ਦੇ ਨੇੜੇ ਉੱਚਾ ਕੀਤਾ। ਇਹ ਇੱਕ ਵਾਰ ਨਹੀਂ, ਇਹ ਕਈ ਵਾਰ ਦੇਸ਼ ਨੂੰ ਜਿਹੜਾ ਦੇਸ਼ ਦੇ ਕੱਦ, ਦੇਸ਼ ਦਾ ਮਾਣ ਉੱਚਾ ਕਰਨ ਲਈ, ਮੈਂ ਜਿਵੇਂ ਇਹਨਾਂ ਦੀ ਗੱਲ, ਤੇ ਭਾਰਤ ਦੀ ਏਅਰ ਫੋਰਸ ਦੇ ਵਿੱਚ ਸਿੱਖ ਫਾਈਟਰ ਪਾਇਲਟਸ ਨੇ ਬੜੇ ਨਾਮਣੇ ਖੱਟਣੇ ਨੇ। ਨਿਰਮਲਜੀਤ ਸਿੰਘ ਸੇਖੋਂ ਦਾ ਨਾਂ ਦਾਖਿਆਂ ਵਾਲਿਆਂ ਦਾ ਬਹੁਤ ਵੱਡਾ ਹੈ, ਅਤੇ ਹੋਰ ਵੀ ਬਹੁਤ ਸਾਡੀ ਮਿਲਟਰੀ ਦੇ ਵਿੱਚ, ਖਾਸ ਤੌਰ 'ਤੇ ਪੈਟਨ ਟੈਂਕ ਜਦ ਤੋੜੇ, ਅਤੇ ਜਰਨੈਲਾਂ ਦੀ ਗੱਲ ਅਤੇ ਸਾਡੇ ਫਾਈਟਰ ਪਾਇਲਟਸ ਦੀ ਗੱਲ ਬਹੁਤ ਵੱਡੀ ਆ। ਦੇਸ਼ ਨੂੰ ਫਿਰ ਉੱਚਾ ਰੱਖਣ ਦੇ ਲਈ ਅਖੀਰ ਇਸ ਤਰ੍ਹਾਂ ਦੇ ਡਿਸੀਜ਼ਨ ਹੁੰਦੇ ਨੇ। ਇਹ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ ਨੇ ਇਹ ਗੱਲ ਕੀਤੀ ਵੀ ਇਹ ਜਾਣਾ, ਲੈ ਕੇ ਜਾਣੇ ਨੇ। ਸੋ ਇਸ ਤਰ੍ਹਾਂ ਜਾ ਕੇ ਇਹ 18 ਅਪ੍ਰੈਲ 1942 ਨੂੰ ਡੂ ਲਿਟਲ ਰੇਡ ਦਾ ਇਤਿਹਾਸ ਆ। ਜਿਹੜਾ ਈਸਟਰਨ ਪਾਰਟ ਹੈ, ਪੂਰਬ ਵਾਲਾ ਪਾਸਾ ਹੈ, ਉਹਦੇ 'ਤੇ ਹੁਣ ਜ਼ੋਰ ਲਾਇਆ ਹੋਇਆ ਬਹੁਤ ਰੂਸ ਨੇ, ਅਤੇ ਕਿ ਉਸ ਨੂੰ ਓਡੈਸਾ ਅਤੇ ਮੈਰੀਓਪੋਲ ਵਾਲਾ ਏਰੀਆ, ਦੋਨੇ ਬੰਦਰਗਾਹ ਉਹ ਨੱਪ ਲੈਂਦਾ ਤਾਂ ਬੜਾ ਯੂਕਰੇਨ ਨੂੰ ਔਖਾ ਹੋ ਜਾਣਾ। ਬਹੁਤ ਟ੍ਰਿਕੀ ਸਿਚੁਏਸ਼ਨ ਹੈ, ਬਹੁਤ ਕੁਝ ਬਦਲਿਆ ਜਾ ਰਿਹਾ ਵਰਲਡ ਆਰਡਰ ਦੇ ਵਿੱਚ। ਤੁਸੀਂ ਵੇਖਿਓ ਆਉਣ ਵਾਲੇ ਦਿਨਾਂ 'ਚ ਕਦੇ ਵੀ ਅੱਜ ਤੱਕ ਫਿਨਲੈਂਡ ਅਤੇ ਸਵੀਡਨ ਨੇ ਕਿਸੇ ਪਾਸੇ ਝੁਕਾ ਨਹੀਂ ਕੀਤਾ। ਹੁਣ ਦੋਨੇ ਨੈਟੋ ਵਾਲੇ ਪਾਸੇ ਜਾ ਰਹੇ ਨੇ। ਜੇ ਦੋਨੇ ਨੈਟੋ ਵਾਲੇ ਪਾਸੇ ਚਲੇ ਗਏ ਤਾਂ ਇਹਨਾਂ ਦੇ ਬਾਰਡਰਾਂ 'ਤੇ ਵੀ ਆ ਕੇ ਨੈਟੋ ਬੈਠੇਗੀ। ਜੂਨ ਦੇ ਵਿੱਚ ਨੈਟੋ ਦੇਸ਼ਾਂ ਦੀ ਵੱਡੀ ਮੀਟਿੰਗ ਹੋ ਰਹੀ ਹੈ। ਹੁਣ ਉਹਦੇ ਵਿੱਚ ਕੀ ਡਿਸਾਈਡ ਹੋਣਾ ਹੈ, ਉਹਦੇ ਵਿੱਚ ਹੁਣ ਇਹਨੂੰ ਛੱਡ ਕੇ ਚੀਨ ਵੱਲ ਨੂੰ ਨਿਗਾਹਾਂ ਹੋਣੀਆਂ ਨੇ, ਕਿਉਂਕਿ ਚੀਨ ਜਿਹੜਾ ਪੈਸੀਫਿਕ ਦਾ ਏਰੀਆ, ਖਾਸ ਤੌਰ 'ਤੇ ਸਾਊਥ ਚਾਈਨਾ ਸੀ ਦੇ ਵਿੱਚ ਬਹੁਤ ਜ਼ਿਆਦਾ ਮਸਲ ਉਹ ਫਲੈਕਸ ਕਰ ਰਿਹਾ, ਦਿਖਾ ਰਿਹਾ, ਅਤੇ ਉੱਥੇ ਦੀ ਵਰਲਡ ਦੀ 34 ਤੋਂ 40% ਦਾ ਟਰੇਡ ਉੱਥੇ ਦੀ ਲੰਘਦਾ। ਵੀਅਤਨਾਮ, ਬਰੂਨਾਈ, ਫਿਲੀਪੀਨਜ਼, ਇਹ ਦੇਸ਼ ਅਤੇ ਆਸਟ੍ਰੇਲੀਆ ਅਤੇ ਸਿੱਧੇ ਤੌਰ 'ਤੇ ਅਮਰੀਕਾ ਦੇ ਏਅਰਕ੍ਰਾਫਟ ਕੈਰੀਅਰ, ਅੰਤਰਰਾਸ਼ਟਰੀ ਪਾਣੀਆਂ ਦੇ ਵਿੱਚ ਤਾਇਵਾਨ, ਇਹ ਸਾਰੇ ਦੇਸ਼, ਖਾਸ ਤੌਰ 'ਤੇ ਜਾਪਾਨ ਜਿਹੜਾ ਕਿਸੇ ਵੀ ਨਿਊਕਲੀਅਰ ਵੈਪਨ ਦੇ ਖਿਲਾਫ ਬਹੁਤ ਬੋਲਦਾ ਸੀ, ਉਹ ਵੀ ਤਿਆਰ ਕਰ ਰਿਹਾ। ਇਹ ਗੱਲਾਂ ਦਾ ਪਤਾ ਲੱਗਿਆ ਕਿ ਉਸਨੇ, ਜਿਵੇਂ ਕਿਸੇ ਸਮੇਂ ਕਿਊਬਾ ਦੇ ਵਿੱਚ ਰੂਸ ਨੇ ਆ ਕੇ ਮਿਜ਼ਾਈਲਾਂ ਫਿੱਟ ਕੀਤੀਆਂ ਸੀ, ਅਤੇ ਇਸੇ ਤਰ੍ਹਾਂ ਮੁੜ ਕੇ ਨਾਰਥ ਕੋਰੀਆ ਵੱਲੋਂ ਕੀਤੇ ਗਏ ਵੱਡੇ ਜਿਹੜੇ ਪ੍ਰੀਖਣ ਨੇ, ਉਹਦੇ ਕਰਕੇ ਜਾਪਾਨ ਅਮਰੀਕਾ ਨੂੰ ਕਹਿ ਰਿਹਾ ਕਿ ਮੇਰੇ ਤੱਟ 'ਤੇ ਵੀ ਮਿਜ਼ਾਈਲਾਂ ਲਾ ਦਿਓ ਆ ਕੇ। ਇਸ 'ਤੇ ਆਉਣ ਵਾਲੇ ਦਿਨਾਂ 'ਚ ਗੱਲਬਾਤ ਆਪਾਂ ਕਰਾਂਗੇ ਕਿ ਪੈਸੀਫਿਕ ਦੀ ਲੜਾਈ ਜਿਹੜੀ ਆ ਉਹ ਕਿੱਧਰ ਨੂੰ ਜਾਏਗੀ। ਮਲਾਕਾ ਦੀ ਖਾੜੀ, ਜਿੱਥੇ ਦੀ ਚੀਨ ਦੇ ਜਹਾਜ਼ ਦੁਨੀਆ ਨਾਲ ਜੁੜਦੇ ਨੇ, ਅਤੇ ਉਹਦਾ ਬਦਲ ਉਸਨੇ ਜਿਹੜਾ ਵਨ ਰੋਡ ਵਨ ਬੈਲਟ ਵਾਲੀ ਗੱਲ ਗਵਾਦਰ ਵਾਲੀ ਕੀਤੀ ਆ, ਉਹ 'ਚ ਕੱਖ ਨਹੀਂ ਹੈ। ਕਸ਼ਮੀਰ ਦੇ ਉੱਪਰਲੇ ਬੰਨੇ ਆਜ਼ਾਦ ਕਸ਼ਮੀਰ ਤੋਂ ਜੇ ਸੜਕ ਤੋੜ ਦਿੱਤੀ ਜਾਂਦੀ ਹੈ ਤਾਂ ਉਹ ਬੰਦ ਹੋ ਜਾਏਗੀ। ਹਾਲੇ ਵੀ ਉਸ ਨੂੰ ਸਾਊਥ ਚਾਈਨਾ ਸੀ ਦੇ ਵਿੱਚ ਰਹਿਣ ਦੇ ਲਈ ਬਹੁਤ ਜ਼ੋਰ ਲਾਉਣਾ ਪੈ ਰਿਹਾ।
ਸੋ ਇਹ ਬੜਾ ਟ੍ਰਿਕੀ ਯੂਕਰੇਨ ਦੇ ਵਿੱਚ ਹੈ। ਜ਼ਿਆਦਾਤਰ ਸਿਵਲੀਅਨ ਜਿਹੜੇ ਹੁਣ ਤੱਕ ਮਰੇ ਨੇ ਉਹ ਰਸ਼ੀਅਨ ਬੋਲਣ ਵਾਲੇ, ਰਸ਼ੀਅਨ ਸਪੀਕਿੰਗ ਯੂਕਰੇਨੀਅਨ ਨੇ। ਅਤੇ ਯਹੂਦੀਆਂ ਦੇ ਹੋਏ ਮਹਾਵਿਨਾਸ਼ ਦੇ ਵਿੱਚ ਹੋਣ ਵਾਲੇ ਰਾਸ਼ਟਰਪਤੀ ਜ਼ੈਲੈਂਸਕੀ ਦਾ ਦਾਦਾ ਜਿਹੜਾ ਹੋਲੋਕੌਸਟ ਦੇ ਵਿੱਚ ਮਾਰਿਆ ਗਿਆ ਸੀ, ਯਹੂਦੀ ਆ, ਪਰ ਇਜ਼ਰਾਈਲ ਉਸ ਤਰ੍ਹਾਂ ਨਹੀਂ ਮਦਦ ਕਰ ਰਿਹਾ ਜਿਵੇਂ ਮੁਸਲਮਾਨ ਦੇਸ਼। ਕਿਸੇ ਦੇਸ਼ 'ਚ ਘੱਟ ਗਿਣਤੀ ਦੇ ਤੌਰ ਦੇ ਵਿੱਚ ਮੁਸਲਮਾਨ ਜਦ ਉੱਜੜ ਰਹੇ ਨੇ, ਬਾਕੀ ਮੁਸਲਮਾਨ ਦੇਸ਼ ਚੁੱਪ ਬੈਠੇ ਆ। ਰੋਹਿੰਗਿਆਂ ਨੂੰ ਵੇਖ ਲਓ, ਅਤੇ ਜਾਂ ਹੋਰ ਵੀ ਜਿੱਥੇ ਘੱਟ ਗਿਣਤੀਆਂ ਨੂੰ ਬਚਾਉਣ ਦੇ ਲਈ ਵੱਡੇ ਦੇਸ਼ ਨਹੀਂ ਆਉਂਦੇ, ਇਸ ਤਰ੍ਹਾਂ ਇਜ਼ਰਾਈਲ ਚੁੱਪ ਕਰਕੇ ਬੈਠਾ। ਕੋਸ਼ਿਸ਼ ਬਹੁਤ ਕਰ ਰਿਹਾ ਸੀ ਜ਼ੈਲੈਂਸਕੀ ਕਿ ਇਜ਼ਰਾਈਲ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਵੇ ਵੀ ਮੈਂ ਕੌਣ ਹਾਂ, ਪਰ ਗੱਲ ਨਹੀਂ ਬਣੀ। ਹੁਣ ਮੇਰੇ ਨਾਲ ਉੱਗੇ ਵਕੀਲ ਬ੍ਰਿਜ ਮੋਹਨ ਜੀ ਨੇ। ਬ੍ਰਿਜ ਮੋਹਨ ਨਾਲ ਇੱਕ ਖਾਸ ਕੇਸ, ਤੁਹਾਡਾ ਸੱਭਿਆਚਾਰ, ਇੱਕ ਅਦਾਲਤੀ ਕੇਸ ਪਿਛਲੇ ਦਿਨੀ ਹੋਇਆ, ਯੂਅਰ ਕਲਚਰ, ਉਸ 'ਤੇ ਗੱਲਬਾਤ ਹੋਏਗੀ। ਬ੍ਰਿਜ ਮੋਹਨ ਜੀ ਸਵਾਗਤ। ਸਤਿ ਸ਼੍ਰੀ ਅਕਾਲ ਹਰਜੀਤ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਅੱਛਾ, ਜਦ ਅਜਿਹਾ ਕੇਸ, ਇਸ ਦਾ ਨਾਂ ਆਪਾਂ ਲੈਂਦੇ ਹਾਂ ਤੁਹਾਡਾ ਸੱਭਿਆਚਾਰ, ਯੂਅਰ ਕਲਚਰ, ਇਹ ਇੱਕ ਨਵਾਂ ਹੀ ਕਿਸਮ ਦਾ ਕੇਸ ਆਇਆ ਜਿਹਦੇ ਵਿੱਚ ਜੱਜ ਨੇ ਇੱਕ ਪਿਤਾ ਨੂੰ ਦੋਸ਼ੀ ਠਹਿਰਾ ਦਿੱਤਾ, ਪਰ ਅਪੀਲ ਦੇ ਦੌਰਾਨ ਉਹ ਬਰੀ ਹੋ ਗਿਆ। ਇਸ ਕੇਸ ਦੇ ਬਾਰੇ ਦੱਸੋ ਜੀ। ਹਾਂਜੀ ਹਰਜੀਤ ਜੀ, ਇਹ ਕੇਸ ਜਿਹੜਾ ਅੰਟਾਰੀਓ ਦੀ ਉੱਚ ਅਦਾਲਤ ਫਰਵਰੀ ਚੱਲਿਆ ਸੀਗਾ ਜੀ, ਨੇ ਕੈਨੇਡਾ ਭਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਜੀ। ਇਸ ਕੇਸ ਅਨੁਸਾਰ ਪਿਤਾ ਵਿਰੁੱਧ ਆਪਣੀ ਧੀ ਨੂੰ ਕੁੱਟਮਾਰ ਕਰਨ ਤੋਂ ਇਲਾਵਾ ਉਸ ਦਾ ਬਲਾਤਕਾਰ ਕਰਨ ਦਾ ਵੀ ਦੋਸ਼ ਲੱਗਿਆ ਸੀਗਾ, ਜੋ ਸਾਬਤ ਵੀ ਹੋ ਗਿਆ ਅਤੇ ਨਤੀਜੇ ਵਜੋਂ ਉਸਨੂੰ 8 ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਗਈ ਜੀ। ਕੈਨੇਡਾ ਨੂੰ ਮਲਟੀ ਕਲਚਰਲ, ਬਹੁਤ ਸੱਭਿਆਚਾਰੀ ਦੇਸ਼ ਸਮਝਿਆ ਜਾਂਦਾ ਅਤੇ ਇੱਥੇ ਹਰ ਕਿਸਮ ਦੇ ਲੋਕਾਂ ਨੂੰ ਸਵੀਕਾਰਿਆ ਜਾਂਦਾ, ਜਿਵੇਂ ਆਪਾਂ ਨੂੰ ਪਤਾ ਜੀ। ਪਰ ਇਸ ਕੇਸ 'ਚ ਪੰਜਾਬੀ ਸੱਭਿਆਚਾਰ ਨੂੰ ਹੀ ਅਦਾਲਤ ਦੇ ਦਾਇਰੇ 'ਚ ਖੜਾ ਕਰਕੇ ਉਹਦਾ ਕਿੰਤੂ ਪ੍ਰੰਤੂ ਕੀਤਾ ਗਿਆ ਜੀ। ਇਸ ਪਿਤਾ ਅਤੇ ਪਰਿਵਾਰ ਨੇ ਕਿਹਾ ਕਿ ਇਹ ਸਾਰੇ ਜਿਹੜੇ ਦੋਸ਼, ਇਲਜ਼ਾਮ ਹੈ, ਉਹ ਝੂਠੇ ਤੇ ਮਨਘੜਤ ਹਨ। ਇਸ ਕੇਸ ਦੀ ਅਪੀਲ ਹਾਈ ਕੋਰਟ 'ਚ ਕੀਤੀ ਗਈ। ਅਦਾਲਤ ਵੱਲੋਂ ਪਹਿਲੀ ਸਜ਼ਾ ਨੂੰ ਰੱਦ ਕਰਦੇ ਹੋਏ ਦੋਸ਼ੀ ਪਿਤਾ ਨੂੰ ਫॉर द ਟਾਈਮ ਬੀਇੰਗ ਦੋਸ਼ ਮੁਕਤ ਕਰਕੇ ਉਸ ਨੂੰ ਨਵਾਂ ਟਰਾਇਲ ਦਾ ਸਾਹਮਣਾ ਕਰਨ ਲਈ ਆਖਿਆ ਗਿਆ। ਕੀ ਹੁਣ ਸਰਕਾਰੀ ਪ੍ਰੋਸੀਕਿਊਟਰ ਨਵਾਂ ਟਰਾਇਲ ਚਲਾਉਣਗੇ ਜਾਂ ਨਹੀਂ, ਇਹ ਤਾਂ ਖੈਰ ਟਾਈਮ ਹੀ ਦੱਸੂਗਾ, ਪਰ ਫॉर द ਟਾਈਮ ਬੀਇੰਗ ਜਿਹੜੇ ਉਹਦੇ ਚਾਰਜਸ ਸੀ ਉਹ ਰੱਦ ਕਰ ਦਿੱਤੇ ਗਏ ਜੀ। ਅੱਛਾ ਜੀ, ਇਹ ਕੇਸ ਨੂੰ ਜੇ ਹੋਰ ਤੁਸੀਂ ਇਹਦੀ ਤਹਿ ਖੋਲ ਦਿਓ, ਇਹਦੇ ਵਿੱਚ ਹੋਇਆ ਕੀ ਸੀ? ਜਨਵਰੀ 2016 'ਚ ਇਸ ਪਰਿਵਾਰ ਦੀ ਇੱਕ ਧੀ ਨੇ ਬਰੈਂਪਟਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਜਦ ਉਹ 7 ਸਾਲ ਦੀ ਸੀ ਤਾਂ ਉਸਦਾ ਪਿਤਾ ਉਸਦੀ ਕੁੱਟਮਾਰ ਕਰਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ, ਅਤੇ ਇਹ ਸਾਰਾ ਕੁਕਰਮ ਉਸਦੀ 14 ਸਾਲ ਦੀ ਉਮਰ ਤੱਕ ਚੱਲਦਾ ਰਿਹਾ ਜੀ। ਧੀ, ਜਿਸ ਦੀ ਹੁਣ ਉਮਰ 31 ਸਾਲ ਦੀ ਹੈ, ਉਸਦਾ ਕਹਿਣਾ ਸੀ ਕਿ ਉਸਦਾ ਪਿਤਾ ਉਸਨੂੰ ਹੀ ਨਹੀਂ ਸਗੋਂ ਸਾਰੇ ਪਰਿਵਾਰ ਦੀ ਕੁੱਟਮਾਰ ਕਰਦਾ ਹੁੰਦਾ ਸੀ। ਉਸ ਪਿਤਾ ਨੂੰ ਇਸ ਦੋਸ਼ ਅਧੀਨ ਚਾਰਜ ਕੀਤਾ ਗਿਆ ਅਤੇ ਕੇਸ ਹਾਈ ਕੋਰਟ ਦੀ ਜਿਊਰੀ ਕੋਲ ਗਿਆ, ਪਰ ਮਾਂ ਅਤੇ ਬਾਕੀ ਭੈਣ ਭਰਾਵਾਂ ਨੇ ਗਵਾਹੀ ਦਿੱਤੀ ਕਿ ਲੜਕੀ ਬਿਲਕੁਲ ਸਰਾਸਰ ਝੂਠ ਬੋਲ ਰਹੀ ਹੈ, ਇਸ ਤਰ੍ਹਾਂ ਦੀ ਗੱਲ ਕਦੇ ਹੋਈ ਨਹੀਂ। ਅੰਤ 'ਚ ਜਿਊਰੀ ਨੇ ਇਸ ਸਾਰੇ ਪਰਿਵਾਰ ਨੂੰ ਨਹੀਂ ਸਗੋਂ ਲੜਕੀ ਦੇ ਬਿਆਨਾਂ ਨੂੰ ਸਵੀਕਾਰਿਆ, ਪਰ ਇਸ ਦੇ ਨਾਲ ਹੀ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਇਹ ਸਭ ਕੁਝ ਨਸਲਵਾਦ ਕਰਕੇ ਹੋਇਆ, ਜਿਸ ਦਾ ਸਿੱਟਾ ਹੈ ਕਿ ਪਿਤਾ ਨੂੰ ਇਨਸਾਫ ਜਿਊਰੀ ਸਾਹਮਣੇ ਨਹੀਂ ਮਿਲ ਸਕਿਆ ਜੀ। ਅੱਛਾ, ਇਹਦੇ ਵਿੱਚ ਜੀ ਗਵਾਹੀਆਂ ਜਿਹੜੀਆਂ ਚਾਚੀਆਂ, ਤਾਈਆਂ, ਭਰਾਵਾਂ ਨੇ ਵੀ ਕੀਤੀਆਂ ਵੀ ਇਹ ਕੁੜੀ ਸਾਡੀ ਝੂਠ ਬੋਲਦੀ ਆ, ਪਰ ਜੱਜ ਉਹਨਾਂ ਨੇ ਸੁਣਿਆ ਨਹੀਂ ਜੀ। ਹਾਂਜੀ ਗਿਲ ਸਾਹਿਬ, ਕੈਨੇਡਾ ਦੀਆਂ ਅਦਾਲਤਾਂ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਅਪਰਾਧਿਕ ਅਤੇ ਹੋਰ ਕੇਸ ਹਨ ਜਿਨ੍ਹਾਂ 'ਚ ਨਾ ਤਾਂ ਜੀ ਕੋਈ ਵੀਡੀਓ ਹੁੰਦੀ ਹੈ, ਨਾ ਕੋਈ ਗਵਾਹ ਅਤੇ ਨਾ ਹੀ ਕੋਈ DNA ਵਗੈਰਾ ਦੇ ਸਬੂਤ ਜੀ। ਇੱਕੋ ਇੱਕ ਸਬੂਤ ਹੈ ਕਿਸੇ ਵਿਅਕਤੀ ਵੱਲ ਉੱਠ ਰਹੀ ਉਹ ਉਂਗਲ ਜਿਹੜੀ ਦੱਸ ਰਹੀ ਹੈ ਕਿ ਮੇਰੇ ਨਾਲ ਇਹ ਸਾਰਾ ਕਾਰਾ ਇਸ ਵਿਅਕਤੀ ਨੇ ਕੀਤਾ ਜੀ। ਜੱਜ ਜਾਂ ਜਿਊਰੀ ਉਸ 'ਤੇ ਯਕੀਨ ਕਰ ਲੈਂਦੇ ਆ, ਬਸ ਇਹੀ ਸਬੂਤ ਦਾ ਰੂਪ ਧਾਰ ਲੈਂਦੀ ਹੈ ਜੀ। ਇਸ ਕੇਸ 'ਚ ਵੀ ਨਾ ਤਾਂ ਪਿਤਾ 'ਤੇ ਯਕੀਨ ਕੀਤਾ ਗਿਆ ਅਤੇ ਨਾ ਹੀ ਉਸਦੇ 6 ਨਜ਼ਦੀਕੀ ਰਿਸ਼ਤੇਦਾਰਾਂ 'ਤੇ, ਕੇਵਲ ਲੜਕੀ 'ਤੇ ਹੀ ਜਿਊਰੀ ਨੇ ਯਕੀਨ ਕੀਤਾ ਜੀ। ਜੀ ਅੱਛਾ, ਜਿਊਰੀ ਨੇ ਜੀ ਧੀ 'ਤੇ ਕਿਉਂ ਫਿਰ ਕੱਲਾ ਜਿਊਰੀ ਜਦ ਐਕਟ ਕਰਦੀ ਹੈ ਜੀ, ਉਹ ਇਸ ਤਰ੍ਹਾਂ ਕਿਵੇਂ ਐਕਟ ਕਰਦੀ ਹੈ ਵੀ 5-6 ਜਣੇ ਇੱਕੋ ਤਰੀਕੇ ਨਾਲ ਇਹ ਸੋਚਦੇ ਆ ਜੀ? ਜਿਊਰੀ ਤੇ ਜੱਜ ਦਾ ਕੀ ਫਰਕ ਹੁੰਦਾ? ਜਿੱਥੋਂ ਤੱਕ ਕੈਨੇਡਾ ਦੇ ਕਾਨੂੰਨੀ ਢਾਂਚੇ ਦੀ ਗੱਲਬਾਤ ਹੈ, ਜਿਊਰੀ ਵੱਲੋਂ ਕਿਸੇ ਵੀ ਕੇਸ ਨੂੰ ਸ਼ਰੇਆਮ
जनता 'ਚ ਤਾਂ नहीं विचारिया जाता। इसलिए ਅਸੀਂ ਇਹ नहीं कह सकते कि ਜਿਊਰੀ ने सिर्फ तो सिर्फ लड़की ਤੇ ही क्यों यकीन किया, बाकी परिवार ਤੇ क्यों नहीं। मुख गल तो यह है जी भी जज ਤੇ ਜਿਊਰੀ वाले ये सोचने ਲਈ मजबूर जरूर हो गए होंगे भी कोई लड़की इस तरह का झूठ किवें बोल सकती है, वो भी अपने ही सके पिता के खिलाफ। पर इसके सब बावजूद भी लड़की ਨੂੰ अदालत 'ਚ साबित करना ਪਿਆ कि उसका सचमुच ही बलात्कार होया ਸੀਗਾ। उसका परिवार ਅਤੇ पिता तो यही कह सकते सन कि यह सब मन घड़ता, पर इस तरह इस केस 'ਚ वापरिया नहीं ਅਤੇ लड़की की गवाही ਤੇ सवाल उठाए गए जी। अच्छा, जद अपील हुई जी, अपील ਦੇ ਬਾਰੇ ਵੀ ਸਮਝਾਓ। ਫਿਰ ਉਹਨੇ अपील ਦੇ ਵਿੱਚ ਪਿਤਾ ਨੇ ਨਸਲੀ ਵਿਤਕਰੇ ਨੂੰ ਕਿਵੇਂ ਸੈੱਟ ਕੀਤਾ ਜੀ ਇਹਦੇ 'ਚ? ਜਦ ਕੇਸ 'ਚ अपील ਹੋਈ ਤਾਂ ਉਹ ਪਿਤਾ ਜਿਹੜਾ ਧੀ ਦੇ ਬਿਆਨਾਂ ਦੇ ਆਧਾਰ ਤੇ 8 ਸਾਲ ਲਈ ਜੇਲ੍ਹ ਸੁੱਟਿਆ ਗਿਆ, ਅੰਤ 'ਚ ਇਸ ਵਿਰੁੱਧ अपील ਕੀਤੀ ਗਈ ਅਤੇ ਹਾਰਿਆ ਹੋਇਆ ਕੇਸ ਵੀ ਉਹ ਜਿੱਤ ਗਿਆ ਜੀ। ਮੁੱਖ ਕਾਰਨ ਇਹ ਸੀ ਕਿ ਸਰਕਾਰੀ ਵਕੀਲ ਨੇ ਪੰਜਾਬੀ ਸੱਭਿਆਚਾਰ ਸੰਬੰਧੀ ਭੈੜੀਆਂ ਗੱਲਾਂ ਦਾ ਸਹਾਰਾ ਲਿਆ, ਜਿਹੜੀਆਂ ਕਿ ਤੱਥਾਂ ਤੇ ਆਧਾਰਿਤ ਹੀ ਨਹੀਂ ਸੀ। ਅਦਾਲਤ ਨੇ ਇਹ ਗੱਲ ਸਵੀਕਾਰ ਕਰ ਲਈ ਕਿ ਜਿਹੜੇ ਸਵਾਲ ਸਰਕਾਰੀ ਵਕੀਲ ਵੱਲੋਂ ਪੁੱਛੇ ਗਏ ਉਹ ਇੰਨੇ ਨਸਲਵਾਦੀ ਸਨ ਜਿਸ ਨਾਲ ਜਿਊਰੀ ਦੇ ਮੈਂਬਰ ਪ੍ਰਭਾਵਿਤ ਹੋ ਗਏ। ਉਹਨਾਂ ਦਾ ਜਿਹੜੀ ਥਿੰਕਿੰਗ ਹੈ ਉਹਨੂੰ ਪੋਇਜ਼ਨਸ ਕੀਤਾ ਗਿਆ ਜੀ। ਪਰ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਪੁੱਛੇ ਗਏ ਸਵਾਲ ਨਸਲਵਾਦੀ ਨਹੀਂ ਸਨ ਅਤੇ ਉਹ ਕੁਝ ਲੋਕਾਂ ਦੇ ਪੰਜਾਬੀ ਕਲਚਰ ਨਾਲ ਆਪਣੇ ਨਿੱਜੀ ਤਜਰਬਿਆਂ ਸੰਬੰਧੀ ਇਮਾਨਦਾਰੀ ਨਾਲ ਹੀ ਪੁੱਛੇ ਗਏ ਸਨ। ਪਰ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ। ਜੇ ਬਾਰ-ਬਾਰ ਜਿਊਰੀ ਸਾਹਮਣੇ ਇਹ ਕਹੀ ਜਾਣਾ ਵੀ ਤੁਹਾਡੇ ਕਲਚਰ 'ਚ ਤਾਂ ਇਹ ਆਮ ਹੈ, ਤੁਹਾਡੇ ਕਲਚਰ 'ਚ ਤਾਂ ਇਹ ਆਮ ਹੀ ਗੱਲ ਹੈ ਵੀ ਜਨਾਨੀਆਂ ਦੀ ਕੁੱਟਮਾਰ ਕਰਨੀ, ਤੁਹਾਡੇ ਕਲਚਰ 'ਚ ਆਮ ਗੱਲ ਹੈ ਵੀ ਧੀਆਂ ਦੀ ਬਲੀ ਚੜਾਉਣੀ। ਸੋ ਲੋਕੀ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਜਿਹੜਾ ਪੰਜਾਬੀ ਕਲਚਰ ਹੈ ਬਾਕੀ ਜ਼ਾਲਮ ਕਲਚਰ ਹੈ। ਸੋ ਬਾਰ-ਬਾਰ ਕੁੱਟ-ਕੁੱਟ ਕੇ ਉਹਨਾਂ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਸਰਕਾਰੀ ਵਕੀਲ ਵੱਲੋਂ ਕੀਤੀ ਗਈ, ਜਿਹੜੀ ਕਿ ਉੱਪਰਲੀ ਅਦਾਲਤ ਨੇ ਕਿਹਾ ਕਿ ਵੀ ਇਹ ਗੱਲ ਸਹੀ ਨਹੀਂ ਸੀ, ਇਹ ਗੱਲ ਮਾੜੀ ਸੀ, ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ। ਅੱਛਾ ਜੀ, ਇੱਕ ਇਹ ਵੀ ਕਲੀਅਰ ਕਰਿਓ, ਜਦ ਅਪੀਲ ਤੇ ਜਾਂਦੀ ਹੈ ਜੀ, ਕੋਈ ਕੇਸ ਅਪੀਲ ਤੇ ਜਾਂਦਾ, ਉੱਥੇ ਵੀ ਜਿਊਰੀ ਬਹਿੰਦੀ ਹੈ ਜੀ, ਬਹਿ ਸਕਦੀ? ਨਹੀਂ ਜੀ, ਨਹੀਂ ਜੀ। ਜਿਹੜੇ ਕ੍ਰਿਮੀਨਲ ਕੇਸ ਹੈ ਇਹ 12 ਬੰਦੇ ਜਿਊਰੀ ਦੇ ਫੈਸਲਾ ਕਰਦੇ ਆ ਤੱਥਾਂ ਦਾ ਕਿ ਵੀ ਫੈਕਟਸ ਕੀ ਹੈ। ਪਰ ਜਿਹੜਾ ਉਹਨਾਂ ਨੂੰ ਕਾਨੂੰਨ ਦੱਸਣਾ ਹੁੰਦਾ ਉਹ ਜੱਜ ਦਾ ਫਰਜ਼ ਹੁੰਦਾ ਹੈ। ਜੱਜ ਉਹਨਾਂ ਨੂੰ ਦੱਸਦਾ ਕਿ ਵੀ ਤੁਸੀਂ ਜਿਹੜਾ ਕੇਸ ਹੈ ਕਾਨੂੰਨ ਦੇ ਮੁਤਾਬਿਕ, ਕਾਨੂੰਨ ਇਹ ਕਹਿੰਦਾ ਕਿ ਵੀ ਫॉर ਐਗਜ਼ਾਮਪਲ ਬਲਾਤਕਾਰ ਦੇ ਕੇਸ ਵਿੱਚ ਜਿਹੜੀ ਕੰਸੈਂਟ ਹੈ ਉਹਦਾ ਮਤਲਬ ਕੀ ਹੈ ਕਿ ਜੇ ਔਰਤ ਸਪੋਜ਼ ਕਰੋ ਨਾ ਨਹੀਂ ਕਹਿੰਦੀ ਤਾਂ ਤੁਸੀਂ ਉਹਨੂੰ ਇਹ ਨਹੀਂ ਮੰਨ ਲੈਣਾ ਕਿ ਵੀ ਉਹ ਹਾਂ ਕਹਿ ਰਹੀ ਹੈ। ਸੋ ਜਿਹੜਾ ਲਾਅ ਸਮਝਾਉਣਾ ਉਹ ਜੱਜ ਦਾ ਫਰਜ਼ ਹੈ, ਪਰ ਜਿਹੜੇ ਫੈਕਟਸ ਡਿਸਾਈਡ ਕਰਨੇ ਵੀ ਕੀ ਵਾਪਰਿਆ, ਕੀ ਨਹੀਂ ਵਾਪਰਿਆ, ਕੀ ਇਸ ਬੰਦੇ ਨੇ ਬਲਾਤਕਾਰ ਕੀਤਾ, ਕੀ ਇਸ ਬੰਦੇ ਨੇ ਕਤਲ ਕੀਤਾ, ਕੀ ਇਸ ਬੰਦੇ ਨੇ ਮਾੜਾ ਕਾਰਾ ਕੀਤਾ, ਕੀ ਇਹਨੇ ਸੁਪਰ ਸਟੋਰ 'ਚੋਂ ਚੋਰੀ ਕੀਤੀ ਜਾਂ ਨਹੀਂ ਕੀਤੀ, ਇਹ ਤੱਥਾਂ ਨੂੰ ਜਿਹੜਾ ਡਿਸਾਈਡ ਕਰਨਾ ਉਹ ਜਿਊਰੀ ਨੇ ਡਿਸਾਈਡ ਕਰਨਾ, ਉਹਦੇ ਵਿੱਚ ਜੱਜ ਇੰਟਰਫੀਅਰ ਨਹੀਂ ਕਰ ਸਕਦਾ ਜੀ। ਤੇ ਜਿਊਰੀ ਦਾ ਫੈਸਲਾ ਜੱਜ ਪਲਟ ਸਕਦਾ ਜੀ? ਡੈਫੀਨੇਟਲੀ ਪਲਟ ਸਕਦਾ ਜੀ। ਆਖਰ 'ਚ ਜੇ ਜੱਜ ਨੂੰ ਇਹ ਲੱਗੇ ਕਿ ਵੀ ਇਹੋ ਜਿਹਾ ਫੈਸਲਾ ਕੋਈ ਸੋਚ ਸਮਝ ਕੇ ਰੀਜ਼ਨੇਬਲ ਜਿਊਰੀ ਕਰ ਹੀ ਨਹੀਂ ਸਕਦੀ ਤਾਂ ਉਹ ਪਲਟ ਸਕਦਾ, ਪਰ ਬਹੁਤ ਘੱਟ ਹੁੰਦਾ ਜੀ। ਮੇਰੇ ਨਾਲ ਇੱਕ ਵਾਰ ਅਲਬਰਟਾ 'ਚ ਅੱਜ ਤੋਂ 30 ਸਾਲ ਪਹਿਲਾਂ ਹੋਇਆ ਸੀਗਾ, ਜਦ ਜਿਹੜਾ ਜਿਊਰੀ ਦਾ ਫੈਸਲਾ ਜੱਜ ਨੇ ਚੈਲੰਜ ਕੀਤਾ ਸੀਗਾ ਜੀ। ਸੋ ਬਹੁਤ ਘੱਟ ਹੁੰਦਾ। ਜੱਜਿਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਵੀ ਜਿਊਰੀ ਦੇ ਫੈਸਲੇ 'ਚ ਇੰਟਰਫੀਅਰ ਨਾ ਕਰੋ ਅਨਲੈਸ ਐਂਡ ਅੰਟਿਲ ਗ੍ਰੋਸ ਇਨਜਸਟਿਸ ਹੋਏ, ਇਨਸਾਫ ਨਾ ਮਿਲਿਆ ਹੋਵੇ, ਬਿਲਕੁਲ ਸ਼ਰੇਆਮ ਦੱਸਦਾ ਹੋਵੇ ਤਾਂ ਉੱਥੇ ਜੱਜ ਇੰਟਰਫੀਅਰ ਕਰ ਸਕਦਾ ਜੀ। ਵਕੀਲ ਸਾਹਿਬ, ਇਸ ਕੇਸ ਦੇ ਵਿੱਚ ਜਿਹੜੀ ਗੱਲ ਦੇ ਕਰਕੇ ਮੈਂ ਖੋਜਲਦਾ ਉਹ ਇਹ ਹੈ ਕਿ ਸਰਕਾਰੀ ਵਕੀਲ ਨੇ ਮੁੜ ਕੇ ਪਰਿਵਾਰਾਂ ਨੂੰ ਜਦ ਖੜਾ ਕੀਤਾ ਸਟੈਂਡ ਤੇ, ਤਾਂ ਤੁਹਾਡੇ ਸਮਾਜ 'ਚ ਅਕਸਰ ਵਰਤਦਾ ਵਾਪਰਦਾ ਇਹ ਸ਼ਬਦ ਜਿਹੜੇ ਨੇ, ਇਹ ਵਰਤ ਸਕਦਾ ਵਕੀਲ ਜੀ ਸਰਕਾਰੀ? ਇਹ ਕੇਸ ਸਾਰੇ ਕੈਨੇਡਾ ਵਿੱਚ ਬਹੁਤ ਹੀ ਪ੍ਰੈਸੀਡੈਂਟ ਸੈਟਿੰਗ ਕੇਸ ਹੈਗਾ ਜੀ। ਹਾਈ ਕੋਰਟ ਨੇ ਕਿਹਾ ਕਿ ਜਿਸ ਢੰਗ ਨਾਲ ਸਰਕਾਰੀ ਵਕੀਲ ਨੇ ਪਰਿਵਾਰ ਤੋਂ ਸਵਾਲ ਪੁੱਛਦੇ ਸਮੇਂ ਇਹ ਸ਼ਬਦ ਵਰਤੇ ਵੀ ਤੁਹਾਡੇ ਸੱਭਿਆਚਾਰ 'ਚ, ਤੁਹਾਡੇ ਭਾਈਚਾਰੇ 'ਚ, ਤੁਹਾਡੇ ਕਲਚਰ 'ਚ, ਤਾਂ ਜਿਊਰੀ ਇਸ ਨੂੰ ਇਸ ਤਰ੍ਹਾਂ ਸਮਝ ਸਕਦੀ ਹੈ ਵੀ ਜਿਹੜਾ ਪੰਜਾਬੀ ਭਾਈਚਾਰਾ ਉਹ ਸਮੁੱਚੇ ਕੈਨੇਡਾ ਦਾ ਹਿੱਸਾ ਹੀ ਨਹੀਂ ਹੈਗਾ। ਉਦਾਹਰਨ ਦੇ ਤੌਰ ਤੇ ਪੰਜਾਬੀ ਸੱਭਿਆਚਾਰ 'ਚ ਪਰਿਵਾਰ ਦੀ ਇੱਜ਼ਤ ਸਭ ਤੋਂ ਪ੍ਰਮੁੱਖ ਹੈ। ਅਨਦਰ ਐਗਜ਼ਾਮਪਲ, ਇਹ ਇੱਜ਼ਤ ਅਦਾਲਤ 'ਚ ਸੱਚ ਬੋਲਣ ਨਾਲੋਂ ਵੀ ਵੱਧ ਮਹੱਤਵਪੂਰਨ ਹੈ ਜੀ। ਪਰ ਹਾਈ ਕੋਰਟ ਨੇ ਕਿਹਾ ਕਿ ਕੈਨੇਡਾ ਵਰਗੇ ਮਲਟੀਕਲਚਰਲ ਸੁਸਾਇਟੀ 'ਚ ਇਸ ਤਰ੍ਹਾਂ ਦੀ ਮੂਰਖਤਾ ਲਈ ਕੋਈ ਥਾਂ ਨਹੀਂ ਹੈਗੀ।
ਅੱਛਾ ਵਕੀਲ ਸਾਹਿਬ, ਇਹਦੇ ਵਿੱਚ ਇੱਕ ਅਰੇਂਜਡ ਮੈਰਿਜ ਦਾ ਵੀ ਤੈਅ ਕੀਤੀ ਹੋਏ ਵਿਆਹ ਦਾ ਵੀ ਇਸ਼ੂ ਮੁੱਦਾ ਬਣਿਆ ਜੀ ਕੇਸ ਦੇ ਵਿੱਚ। ਹਾਂਜੀ, ਸਰਕਾਰੀ ਵਕੀਲ ਵੱਲੋਂ ਹਰ ਉਹ ਗੱਲਾਂ ਬਾਤਾਂ ਉਠਾਈਆਂ ਗਈਆਂ ਜਿਨ੍ਹਾਂ ਨਾਲ ਆਪਣੇ ਪੰਜਾਬੀ ਕਲਚਰ ਤੇ ਪੰਜਾਬੀ ਸੱਭਿਆਚਾਰ ਦੇ ਉੱਪਰ ਧੱਬਾ ਲੱਗ ਸਕੇ ਜੀ। ਇਸ ਕਾਰਨ ਕਰਕੇ ਬਚਾਅ ਪੱਖ ਨੂੰ ਸੁਲਝੇ ਤੇ ਤਜਰਬੇਕਾਰ ਵਕੀਲਾਂ ਦੀਆਂ ਸੇਵਾਵਾਂ ਪ੍ਰਾਪਤ ਕਰਨੀਆਂ ਬਹੁਤ ਹੀ ਜ਼ਿਆਦਾ ਲਾਹੇਵੰਦ ਸਿੱਧ ਹੋ ਸਕਦੀਆਂ ਜੀ। ਇਸ ਕੇਸ 'ਚ ਪਿਤਾ ਵੱਲੋਂ ਸਰਕਾਰੀ ਵਕੀਲ ਨੂੰ ਪੁੱਛਣ ਤੋਂ ਰੋਕਿਆ ਗਿਆ ਕਿ ਗਵਾਹਾਂ ਦੇ ਵਿਆਹ ਦੀ ਜਿਹੜੀ ਮਾਪਿਆਂ ਵੱਲੋਂ ਕਿ ਜਿਹੜੇ ਗਵਾਹ ਨੇ ਗਵਾਹੀ ਦਿੱਤੀ ਵੀ ਕੀ ਤੁਹਾਡੇ ਵੀ ਅਰੇਂਜ ਮੈਰਿਜ ਸੀਗੀਆਂ, ਪਰ ਉਹਨਾਂ ਨੂੰ ਇਸ ਗੱਲ ਤੋਂ ਕਰਨ ਤੋਂ ਰੋਕਿਆ ਗਿਆ ਵੀ ਜਦ ਇਹਨਾਂ ਗੱਲਾਂ ਬਾਤਾਂ ਦਾ ਇਸ ਕੇਸ ਨਾਲ ਕੋਈ ਵਾਹ ਵਾਸਤਾ ਨਹੀਂ, ਪੁੱਛੀਆਂ ਕਿਉਂ ਜਾ ਰਹੀਆਂ। ਕੇਸ ਦੀ ਸੁਣਵਾਈ ਸਮੇਂ ਜੱਜ ਸਾਹਿਬ ਨੇ ਇਹ ਗੱਲਾਂ ਬਾਤਾਂ ਪ੍ਰੋਸੀਕਿਊਟਰ ਨੂੰ ਕਰਨ ਦੀ ਇਜਾਜ਼ਤ ਦਿੱਤੀ, ਪਰ ਹਾਇਰ ਕੋਰਟ ਨੇ ਇਹ ਕਿਹਾ ਕਿ ਵੀ ਇਹਨਾਂ ਗੱਲਾਂ ਬਾਤਾਂ ਦਾ ਕੋਈ ਤੁੱਕ ਹੀ ਨਹੀਂ ਬਣਦਾ ਸੀਗਾ ਐਕਸੈਪਟ ਵੀ ਜਿਹੜਾ ਜੂਰੀ ਦਾ ਮਾਈਂਡ ਡਿਸਟਰੈਕਟ ਕਰਨ ਤੋਂ, ਜਿਹੜੇ ਰੀਅਲ ਇਸ਼ੂਜ਼ ਤੋਂ ਉਹਨਾਂ ਨੂੰ ਇੱਧਰਲੇ ਪਾਸੇ ਲਿਜਾਣਾ ਕਿ ਵੀ ਇਹ ਤਾਂ ਮਾੜੇ ਕਲਚਰ ਨੂੰ ਬਿਲੋਂਗ ਕਰਦੇ ਆ, ਮਾੜੇ ਸੱਭਿਆਚਾਰ ਨੂੰ ਬਿਲੋਂਗ ਕਰਦੇ ਆ, ਇਹਨਾਂ 'ਚ ਤਾਂ ਸਾਰੀਆਂ ਗੱਲਾਂ ਬਾਤਾਂ ਹੀ ਮਾੜੀਆਂ। ਸੋ ਅਰੇਂਜ ਮੈਰਿਜਸ ਨੂੰ ਵੀ ਐਂ ਪੇਸ਼ ਕੀਤਾ ਗਿਆ ਕਿ ਵੀ ਇਹ ਇੱਕ ਬਹੁਤ ਮਾੜੀ ਚੀਜ਼ ਹੈ ਜਿਹੜੀ ਕਿ ਧੀਆਂ ਨਾਲ ਜਾਂ ਬੇਟੀਆਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਉਹਨਾਂ ਦੇ ਪੇਰੈਂਟਸ ਵੱਲੋਂ ਜੀ। ਅੱਛਾ ਵਕੀਲ ਸਰਕਾਰੀ ਨੇ ਹੋਰ ਧੱਜੀਆਂ ਉਡਾਈਆਂ ਇਹਦੇ 'ਚ ਵੀ ਪੰਜਾਬਣਾਂ ਆਪਣੇ ਪਤੀ ਦੇ ਕੰਟਰੋਲ 'ਚ ਰਹਿੰਦੀਆਂ ਨੇ। ਵੀ ਪਤੀ ਦੇਖੋ ਇਹਦੇ ਵਿੱਚ ਹੁਣ ਮਰਦ ਡੋਮੀਨੇਟ ਜਿਹੜਾ ਸਮਾਜ ਆ ਇਕੱਲਾ ਪੰਜਾਬ ਦਾ ਨਹੀਂ, ਸਾਰੀ ਜਗ੍ਹਾ ਇਹ ਗੱਲ ਨੂੰ ਸਾਨੂੰ ਮੰਨਣਾ ਵੀ ਪਊ। ਉਹਨੇ ਇਹ ਵੀ ਗੱਲ ਇਹਦੇ ਵਿੱਚ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਵੀ ਪੰਜਾਬਣਾਂ ਤਾਂ ਪਤੀ ਉਹ ਕੰਟਰੋਲ ਕਰਦੇ ਨੇ ਹਰ ਵਕਤ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਦ ਗੱਡੀ ਚੱਲ ਰਹੀ ਹੈ ਉਹਦਾ ਸਟੀਅਰਿੰਗ ਵੀਲ ਤਾਂ ਇੱਕ ਜਣੇ ਨੂੰ ਤਾਂ ਫੜਨਾ ਹੀ ਪੈਣਾ ਜੀ ਤਾਂ ਕਿ ਗੱਡੀ ਸਹੀ ਲੀਹ ਤੇ ਚੱਲੇ। ਸਰਕਾਰੀ ਵਕੀਲ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਲੜਕੀ ਦੀ ਮਾਂ ਅਤੇ ਉਸਦੀਆਂ ਦੋ ਭੈਣਾਂ ਦੀ ਗਵਾਹੀ ਤੇ ਬਿਲਕੁਲ ਵੀ ਵਿਸ਼ਵਾਸ ਨਾ ਕੀਤਾ ਜਾਵੇ, ਉਹਨਾਂ ਦੀ ਗੱਲ ਕਿਉਂ ਨਾ ਸੁਣੀ ਜਾਵੇ। ਕਾਰਨ ਇਹ ਕਿ ਉਹਨਾਂ ਦੇ ਵਿਆਹ ਅਰੇਂਜ ਸਨ, ਇਸ ਲਈ ਕੁਦਰਤੀ ਹੈ ਕਿ ਉਹਨਾਂ ਦਾ ਦਰਜਾ ਆਪਣੇ ਹਸਬੈਂਡ ਦੇ ਬਰਾਬਰ ਦਾ ਨਹੀਂ ਜੀ। ਇਸ ਲਈ ਕੁਦਰਤੀ ਹੈ ਕਿ ਪਤਨੀ ਝੂਠ ਬੋਲੇਗੀ ਕਿਉਂਕਿ ਉਸਨੂੰ ਪਤੀ ਵੱਲੋਂ ਕੁੱਟਮਾਰ ਦਾ ਵੀ ਡਰ ਹੈ ਜੀ। ਇਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ। ਉੱਚ ਅਦਾਲਤ ਦੇ ਜੱਜ ਨੇ ਫਿਰ ਇੱਕ ਵਾਰ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕੈਨੇਡਾ ਵਿੱਚ ਅਸੀਂ ਨਹੀਂ ਐਕਸੈਪਟ ਕਰ ਸਕਦੇ ਕੈਨੇਡੀਅਨ ਸੋਸਾਇਟੀ ਜੀ। ਵਕੀਲ ਸਾਹਿਬ ਇੱਕ 'ਚ ਹੋਰ ਗੱਲ ਬੜੀ ਆਈ ਕਿ ਪੰਜਾਬੀ ਲੋਕ ਸੱਚ ਬੋਲਣ ਦੇ ਨਾਲੋਂ ਜਿਹੜਾ ਪਰਿਵਾਰ ਦੀ ਇੱਜ਼ਤ ਦਾ ਬਹੁਤ ਖਿਆਲ ਰੱਖਦੇ ਨੇ, ਵੀ ਸੱਚ ਨਹੀਂ ਬੋਲਦੇ। ਇਹਨੇ ਦੂਜੇ ਪਾਸਿਓਂ ਕੰਨ ਫੜਿਆ ਸਰਕਾਰੀ ਵਕੀਲ ਨੇ, ਵੀ ਪਰਿਵਾਰ ਨੂੰ ਸਮਝਦੇ ਨੇ ਤੇ ਸੱਚ ਨਹੀਂ ਬੋਲਦੇ। ਇਹ ਵੀ ਇੰਪੈਕਟ ਕਰੇਗਾ। ਹਾਂਜੀ, ਸਾਨੂੰ ਇਹ ਗੱਲ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਸਰਕਾਰੀ ਵਕੀਲ ਇਸ ਤਰ੍ਹਾਂ ਦੇ ਸਵਾਲ ਮਾਂ, ਭਰਾ ਅਤੇ ਭੈਣਾਂ ਤੋਂ ਪੁੱਛ ਹੀ ਕਿਉਂ ਰਿਹਾ ਸੀਗਾ, ਉਹਦਾ ਮਕਸਦ ਕੀ ਸੀ। ਸਰਕਾਰੀ ਵਕੀਲ ਅਦਾਲਤ 'ਚ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਪੰਜਾਬੀ ਸੱਭਿਆਚਾਰ ਕਰਕੇ ਹੀ ਆਪਣੇ ਪਿਓ ਨੂੰ ਬਚਾਉਣ ਕਰਕੇ ਅਦਾਲਤ 'ਚ ਪਰਿਵਾਰ ਵੱਲੋਂ ਸਰਾਸਰ ਝੂਠ ਬੋਲਿਆ ਜਾ ਰਿਹਾ ਜੀ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪਰਿਵਾਰ ਦੇ 7 ਮੈਂਬਰ ਇੱਕ ਪਾਸੇ ਸਨ ਅਤੇ ਪੀੜਤ ਲੜਕੀ ਇਕੱਲੀ ਹੀ ਦਵਾਈ ਪਾ ਰਹੀ ਸੀ ਕਿ ਉਸ ਦਾ ਬਲਾਤਕਾਰ ਹੋਇਆ। ਅਦਾਲਤ ਨੇ ਇਹ ਫੈਸਲਾ ਲਿਆ ਕਿ ਜਿਹੜੀਆਂ ਗੱਲਾਂ ਸਰਕਾਰੀ ਵਕੀਲ ਪੰਜਾਬੀ ਸੱਭਿਆਚਾਰ ਸੰਬੰਧੀ ਕਹਿ ਰਿਹਾ ਉਹ ਬਿਲਕੁਲ ਸੱਚ ਨਹੀਂ, ਕਿਉਂਕਿ ਇਸ ਸੰਬੰਧੀ ਕੋਈ ਵੀ ਉਹਨਾਂ ਨੇ ਠੋਸ ਪ੍ਰਮਾਣ ਪੇਸ਼ ਨਹੀਂ ਕੀਤੇ। ਇਹ ਕੇਵਲ ਰੂੜੀਵਾਦੀ ਪੁਰਾਣੇ ਖਿਆਲਾਂ ਦੀ ਹੀ ਉਪਜ ਸੀਗੀ ਜੀ। ਇਹ ਉੱਥੇ ਦੀ ਕੋਰਟ ਆਫ ਅਪੀਲ ਨੇ ਆਖਿਆ ਜੀ। ਮਾਰ ਕੁੱਟਣ ਦੀ ਗੱਲ ਪਤੀਆਂ ਵੱਲੋਂ ਤੇ ਬਾਅਦ 'ਚ ਫਿਰ ਝੂਠ ਬੋਲਣਾ ਇਸਤਰੀਆਂ ਵੱਲੋਂ ਅਦਾਲਤ 'ਚ ਕਿ ਮੈਨੂੰ ਤਾਂ ਕੁੱਟਿਆ ਨਹੀਂ, ਇਹਦੇ ਬਾਰੇ ਵੀ ਜਿਊਰੀ ਨੇ ਕਿਹਾ ਜੀ। ਹਾਂਜੀ, ਮੁੱਖ ਗੱਲ ਜੋ ਸਰਕਾਰੀ ਵਕੀਲ ਨੇ ਕਹੀ ਕਿ ਇਹ ਪਰਿਵਾਰ ਭਾਵੇਂ ਇਸ ਸਮੇਂ ਬਰੈਂਪਟਨ 'ਚ ਰਹਿ ਰਿਹਾ, ਅਸਲ 'ਚ ਜੀਵਨ ਪੰਜਾਬ ਵਾਲਾ ਹੀ ਬਤੀਤ ਕਰ ਰਿਹਾ ਜੀ। ਸਰੀਰਕ ਤੌਰ ਤੇ ਫਿਜ਼ੀਕਲੀ ਚਾਹੇ ਇੱਥੇ ਹੈ, ਪਰ ਮਾਨਸਿਕ ਤੌਰ ਤੇ ਹਜੇ ਵੀ ਉਹ ਇੰਡੀਆ 'ਚ ਪੰਜਾਬ 'ਚ ਹੀ ਹੈ ਜੀ। ਤੇ ਜੇ ਗੱਲ ਕਰੀਏ ਪੰਜਾਬ ਦੀ ਤਾਂ ਉਸ ਸੰਬੰਧੀ ਕਹਿਣਾ ਸੀ ਕਿ ਉੱਥੇ ਆਦਮੀ ਔਰਤਾਂ ਦੀ ਕੁੱਟਮਾਰ ਕਰਦੇ ਹੀ ਕਰਦੇ ਹਨ। ਜਿਹੜੀਆਂ ਕੁੱਟਮਾਰ ਖਾ ਕੇ ਪਰਿਵਾਰ ਦੀ ਇੱਜ਼ਤ ਨੂੰ ਬਚਾਉਣ ਦੀ ਖਾਤਰ ਇੱਕ ਸ਼ਬਦ ਵੀ ਆਪਣੇ ਮੂੰਹ 'ਚੋਂ ਨਹੀਂ ਕੱਢਦੀਆਂ, ਇਹ ਅਸੀਂ ਸਭ ਜਾਣਦੇ ਹਾਂ। ਇਹ ਸਰਕਾਰੀ ਵਕੀਲ ਵੱਲੋਂ ਕਿਹਾ ਜੀ। ਹਾਈ ਕੋਰਟ ਦਾ ਕਹਿਣਾ ਸੀ ਕਿ ਸਰਕਾਰੀ ਵਕੀਲ ਦਾ ਇਹ ਕਹਿਣਾ ਠੀਕ ਨਹੀਂ ਕਿ ਇਹ ਪਰਿਵਾਰ ਕੈਨੇਡਾ ਦਾ ਹਿੱਸਾ ਨਹੀਂ ਅਤੇ ਨਾ ਹੀ ਉਹ ਕੈਨੇਡਾ ਦੇ ਸੱਭਿਆਚਾਰ ਦੇ ਕਾਨੂੰਨਾਂ ਤੋਂ ਜਾਣੂ ਹਨ। ਸੋ ਮੇਨ ਗੱਲ ਜਿਹੜੀ ਉਹ ਕੋਰਟ ਆਫ ਅਪੀਲ ਨੇ ਨੋਟ ਕੀਤੀ ਕਿ ਵੀ ਇਹੋ ਜਿਹੀਆਂ ਗੱਲਾਂ ਬਾਤਾਂ ਕਰਕੇ ਤੁਸੀਂ ਜਿਊਰੀ ਦੇ ਦਿਮਾਗ 'ਚ ਇੱਕੋ ਹੀ ਗੱਲ ਪਾਣੀ ਹੈ ਕਿ ਵੀ ਆਹ ਜਿਹੜਾ ਹੁਣ ਇਸ ਵੇਲੇ 1.5-2 ਮਿਲੀਅਨ ਬੰਦਾ ਪੰਜਾਬੀ ਤੁਰਿਆ ਫਿਰਦਾ, ਇਹ ਕੈਨੇਡਾ ਦਾ ਹਿੱਸਾ ਨਹੀਂ, ਜਿਹੜੀ ਕਿ ਕਿਸੇ ਵੀ ਬੇਸ ਤੇ ਅਸੀਂ ਐਕਸੈਪਟ ਨਹੀਂ ਕਰ ਸਕਦੇ ਜੀ। ਜਿਹੜੇ 2 ਸਦੀਆਂ ਪਹਿਲਾਂ ਆ ਗਏ
ਉਹ ਆਪਣੇ ਆਪ ਨੂੰ ਦੇਸ਼ ਦਾ ਹਿੱਸਾ ਸਮਝਦੇ ਨੇ। ਫੋਸਟਰ ਪੇਰੈਂਟਸ ਦੇ ਵਿੱਚ ਬੱਚਿਆਂ ਨੂੰ ਜਿਨ੍ਹਾਂ ਨੂੰ ਜ਼ਿੰਦਗੀ ਦੇਣੀ ਸੀ ਉਹਨਾਂ ਦੀ ਐਕਸਪਲੋਇਟੇਸ਼ਨ, ਉਸ ਤੋਂ ਬਾਅਦ ਡਰੱਗ ਟ੍ਰੇਡ, ਪ੍ਰੋਸਟੀਟਿਊਸ਼ਨ ਤੇ ਦੁਨੀਆ ਦੇ ਵਿੱਚ ਮਨੀ ਲਾਂਡਰਿੰਗ। ਪਤਾ ਨਹੀਂ ਹੁਣ ਇਹ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਿਵੇਂ ਕਰ ਸਕਦੇ ਆ ਜੀ ਇਹਦੇ 'ਚ? हाँ जी, इंसानी फितरत है कि भी जिथे ब्लेम शिफ्ट हो सके उत्थे करके उन्हां दा मन ठंडा हो जाता। पर ਆਪਾਂ ਸਾਰਿਆਂ ਨੂੰ ਪਤਾ ਜੀ, ਹੁਣ ਤਾਂ ਤੁਸੀਂ ਗਿੱਲ ਸਾਹਿਬ ਤੁਹਾਡੇ ਸਾਹਮਣੇ ਹੈ, ਤੁਸੀਂ ਨਿਊਜ਼ ਸਾਰੇ ਵਰਲਡ ਦੀਆਂ ਕਵਰ ਕਰਦੇ ਹੋ, ਜਿੱਥੇ ਕਿਤੇ ਝਾਤੀ ਮਾਰ ਕੇ ਦੇਖ ਲਓ, ਪੰਜਾਬੀ ਸਾਰਿਆਂ ਨਾਲੋਂ ਕਾਮਯਾਬ ਤੇ ਪ੍ਰਫੁੱਲਤ ਕਮਿਊਨਿਟੀ ਭਾਈਚਾਰਾ ਜੀ। ਬਿਲਕੁਲ। ਦੇਖੋ ਯੂਕਰੇਨ 'ਚ ਬੰਬ ਵਰ ਰਹੇ ਨੇ ਤੇ ਉੱਥੇ ਪ੍ਰਸ਼ਾਦੇ ਛਕਾ ਰਹੇ ਆ। ਅੱਛਾ, ਇਹ ਵੀ ਕਿਹਾ ਗਿਆ ਕਿ ਲੜਕੀ ਇਹ ਵਿਗੜੀ ਹੋਈ ਸੀ, ਇਹਦਾ ਬॉयਫ੍ਰੈਂਡ ਨਾਲ ਘਰੋਂ ਭੱਜ ਗਈ, ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਪਿਓ ਘਰ ਦੇ ਹੋਰ ਮੈਂਬਰਾਂ ਨਾਲ ਵੀ ਮਾਰਕੁੱਟ ਕਰਦਾ ਸੀ, ਪਰ ਸਾਰੇ ਮੈਂਬਰ ਇਸ ਗੱਲ ਨੂੰ ਮੰਨ ਨਹੀਂ ਸੀ ਰਹੇ। ਵਕੀਲ, ਸਰਕਾਰੀ ਵਕੀਲ ਇਹ ਕਹਿ ਰਿਹਾ ਸੀ, ਪਰ ਇਹਦੇ ਵਿੱਚ ਇੰਨਾ ਕੇਸ ਵੀਕ ਸੀ, ਪਰ ਫਿਰ ਵੀ ਪਿਓ ਨੂੰ ਸਜ਼ਾ ਹੋ ਗਈ। हाँ जी, लड़की ये सब वापरन के बावजूद भी 16 साल तक पुलिस को नहीं गई। जे ये अमेरिका होंदा तां शायद ये केस दर्ज ही नहीं होना सी, क्योंकि उत्थे अपराधिक चार्ज लाने वाले केसां दी समय दी सीमा हुंदी है, पर कैनेडा उन्हां देशां चों एक नहीं। कैनेडा दी जिहड़ी पुलिसिंग अते कानूनी सभ्याचार च बहुत तेजी नाल तब्दीली आ रही है जी। असीं सारे जाणदे हां कि कामक अपराधां दे पीड़तां दा अगे आउणा बहुत ही औखा है। इस तरह करने लई उन्हां नूं हिम्मत और बहादुरी विखाउणी पैंदी है। पहला भी जो कुछ वापरदा सी उस बहुत केसां च पुलिस वालों इस तरह के दोष नहीं लाए जाते सन, क्योंकि वो समझते सन कि केस कमजोर हैं जी। हुण कैनेडा भर च पुलिस नूं हुक्म दिता गया कि जे कोई इस तरह का बलात्कार का केस हुंदा है जां कोई पीड़ित अगे आंदा है, उहदी शिकायत उन्हां नूं दर्ज करनी पैनी है। बाकी सच झूठ का निपटारा अदालत ही करेगी। पुलिस का काम तो यह है कि जो कुछ पीड़ित लड़की कह रही है उसका विश्वास करे। ये जी हुण लेटेस्ट अपने उपरों पुलिस नूं हदायतां भी, जे किसी कुड़ी ने आके कहता कि भी मेरा बलात्कार होया, तुसीं उहनूं किंतु परंतु नहीं करना, जिहड़े बंदे नूं ओह कह रही है उहनूं जाके हथकड़ियां ला के ढालना जी। अच्छा, मैनूं इउं लग्गिया बई कुड़ी दे पिता ने नहीं, पंजाबी सभ्याचार ने केस लड़िया जी, सही है? ਇਹ ਬਿਲਕੁਲ ਜੀ। ਇਹ ਸਾਰੀ ਜਿਹੜੀ ਰਿਪੋਰਟਿੰਗ ਹੋਈ ਆ ਉਹਦੇ 'ਚ ਇਹ ਹੋਈ ਹੈ ਕਿ ਵੀ ਪੰਜਾਬੀ ਕਲਚਰ ਨੂੰ, ਆਪਣੇ ਪੰਜਾਬੀ ਸੱਭਿਆਚਾਰ ਨੂੰ ਕਟਹਿਰੇ 'ਚ ਖੜੇ ਕਰਕੇ ਉਹਦੀ ਲਾਪਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹਦੇ ਵਿੱਚ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਆ। ਬਿਲਕੁਲ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ, ਕਿਉਂਕਿ ਜਿਹੜੀ ਹਾਇਰ ਕੋਰਟ ਹੈ ਉਹਨਾਂ ਨੇ ਉਹਨਾਂ ਦੇ ਟਿਕਾ ਕੇ ਉਹਨਾਂ ਦੀ ਲਾਪਾ ਕੀਤੀ ਹੈ ਕਿ ਵੀ ਤੁਸੀਂ ਇਹੋ ਜਿਹੀਆਂ ਗੱਲਾਂ ਬਾਤਾਂ ਕਿਸੇ ਕਮਿਊਨਿਟੀ ਬਾਰੇ ਨਹੀਂ ਕਹਿ ਸਕਦੇ ਜੀ। ਤੁਸੀਂ ਹਰ ਇੱਕ ਕਮਿਊਨਿਟੀ ਨੂੰ ਇੱਕੋ ਬਰਸ਼ ਨਾਲ ਪੇਂਟ ਨਹੀਂ ਕਰ ਸਕਦੇ। ਅੱਛਾ ਵਕੀਲ ਸਾਹਿਬ, ਇਹਦੇ 'ਚ ਬਚਾਓ ਪੱਖ ਦੇ ਵਕੀਲ ਨੇ ਸੱਭਿਆਚਾਰ ਦਾ ਜਿਹੜਾ ਹੈ ਉਹ ਸਹਾਰਾ ਵੀ ਬਹੁਤ ਲਿਆ ਪਿਤਾ ਨੂੰ ਬਚਾਉਣ ਲਈ। ਹਾਂਜੀ, ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਪੰਜਾਬੀ ਕਲਚਰ ਭਾਵ ਪੁਰਾਣੇ ਖਿਆਲਾਂ ਵਾਲਾ ਜੀ। ਬਹੁਤ ਸਾਰੇ ਮਾਪੇ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਸ਼ਰਾਬ ਨਾ ਪੀਣ ਅਤੇ देर रात तक बाहर घूमन फिर ना जान जी। इस केस च बचाव पक्ष के वकील ने कहा कि पिता ने यह घिनौना बलात्कार का काम नहीं किया, सगों पिता वालों लड़की नूं माड़ियां गल्लां तो रोकण करके बदला लैण लई ही ये सारे दोष आयद किए गए हैं जी। बदला इसलिए कि उसके मापे जदों जवान हो रही सी तां उसनूं उसके मित्र गोरे मुंडियां नाल जाण तो रोकदे सन, ਅਤੇ ਉਹਨਾਂ ਨੇ ਕਿਹਾ, आखिर च उन्होंने ये भी कहा कि जे तू चाहनी है तो जिहड़ा तेरा दोस्त मुंडा तू उहदे नाल अपना ब्याह करवा ला ਤੇ ਆਪਣੀ ਜ਼ਿੰਦਗੀ ਬਤੀਤ ਕਰ। ਪਰ ਉਹ ਇਹ ਸਮਝਦੀ ਸੀ ਕਿ ਉਸ ਦਾ ਜੀਵਨ ਤਬਾਹ ਕਰ ਦਿੱਤਾ ਗਿਆ ਜੀ। ਸੋ ਇੱਕ ਪਾਸੇ ਜਿਹੜੀ ਪਿਤਾ ਦੀ ਜਿੱਤ ਹੋਈ ਹੈ ਉਹ ਇਸ ਕਰਕੇ ਹੋਈ ਹੈ ਕਿ ਵੀ ਪੰਜਾਬੀ ਸੱਭਿਆਚਾਰ ਤੇ ਬਾਰ-ਬਾਰ ਮੁੜ ਉਹਨਾਂ ਨੇ ਅਟੈਕ ਕੀਤਾ, ਪਰ ਨਾਲ ਦੀ ਨਾਲ ਉਸੇ ਸੱਭਿਆਚਾਰ ਕਰਕੇ ਜਿਹੜਾ ਪਿਤਾ ਸੀ ਉਹਦਾ ਬਚਾਅ ਕੀਤਾ ਗਿਆ ਜੀ। ਵਕੀਲ ਸਾਹਿਬ, ਤੁਹਾਡੇ ਬਾਰੇ ਭਾਈਚਾਰੇ ਦੇ ਵਿੱਚ ਇੱਕ ਅਜਿਹੀ ਜਗ੍ਹਾ ਬਣੀ ਹੋਈ ਹੈ, ਜਿਵੇਂ ਇੱਥੇ ਇੱਕ ਗੋਰੇ ਵਕੀਲ ਦੀ ਪਹਿਲਾਂ ਬਣੀ ਹੋਈ ਸੀ ਵੀ ਉਹਨੂੰ ਕਰ ਲਿਓ ਤੇ ਸਜ਼ਾ ਨਹੀਂ ਹੋਣ ਦਿੰਦਾ। ਹੁਣ ਇੱਕ ਹੋਰ ਬੜਾ ਖਾਸ ਕੇਸ ਤੁਸੀਂ ਲੜ ਰਹੇ ਹੋ, ਜਿਹੜੀ ਇੱਕ ਮਾਂ ਨੇ ਆਪਣੀਆਂ ਧੀਆਂ ਬਚਾਉਂਦੇ ਹੋਏ 144 ਤੇ 63 ਤੇ
ਧੀਆਂ ਨੂੰ ਪਰੇ ਧੱਕਤਾ ਤੇ ਆਪ ਉਸ ਗੱਡੀ ਦੇ ਥੱਲੇ ਆ ਗਈ, ਵੈਨ ਦੇ ਥੱਲੇ ਆ ਗਈ। ਅੱਜ ਉਸ ਦੇ ਬਾਰੇ ਵੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਗੱਲਾਂ ਨੇ ਕਿ ਐਮਾਜ਼ੋਨ ਤੇ ਕੰਟਰੈਕਟਰ ਇਹ 'ਚ ਸੂ ਹੋਇਆ। ਪਰਮਜੀਤ ਕੌਰ, ਮਸੂਟਾ ਦੇ ਕੇਸ ਬਾਰੇ ਦੱਸਿਓ ਜੀ। ਹਾਂ ਜੀ, ਇਹ ਸਾਡੀ ਫਰਮ ਦਾ ਬਹੁਤ ਹੀ ਦਿਲ ਦਹਿਲਾਉਣ ਵਾਲਾ ਅਤੇ ਬਹੁਤ ਹੀ ਦੁਖਦਾਈ ਕੇਸ ਹੈ ਜੀ। ਇਹ ਦਸੰਬਰ 15 2020 ਨੂੰ ਇਹ ਦੁਖਾਂਤ ਵਾਪਰਿਆ ਜੀ। ਪਰਮਜੀਤ ਕੌਰ ਮਸੂਟਾ ਆਪਣੇ 2 ਬੱਚਿਆਂ ਨੂੰ, 2 ਜੁੜਵੀਆਂ ਕੁੜੀਆਂ ਨੂੰ ਸਕੂਲੋਂ ਘਰੇ ਲਿਆ ਰਹੀ ਸੀ ਕਿ ਇੱਕ ਐਮਾਜ਼ੋਨ ਦੀ ਵੈਨ ਨੇ ਜਦੋਂ ਨੇ ਐਮਾਜ਼ੋਨ ਦੀ ਵੈਨ ਆਪਣੇ ਵੱਲ ਆਉਂਦੀ ਵੇਖੀ ਤਾਂ ਉਹਨੇ ਆਪਣੇ 2 ਬੱਚਿਆਂ ਦੀ ਜਾਨ ਬਚਾਉਣ ਲਈ ਉਹਨਾਂ ਨੂੰ ਧਕੇਲ ਦਿੱਤਾ ਤੇ ਆਪ ਵੈਨ ਥੱਲੇ ਆ ਕੇ ਉਸੇ ਵੇਲੇ ਮੌਕੇ ਤੇ ਉਸਦੀ ਮੌਤ ਹੋ ਗਈ ਸੀ। ਇਹ ਲਾਅਸੂਟ ਅਸੀਂ ਹੁਣ ਆਪਣਾ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ 'ਚ ਨਿਊ ਵੈਸਟ ਕੋਰਟ 'ਚ ਅਸੀਂ ਆਪਣਾ ਮੁਕੱਦਮਾ ਦਰਜ ਕੀਤਾ ਜੀ ਆਪਣੇ ਕਲਾਇੰਟ ਦੇ ਬਿਹਾਫ ਤੇ। ਇਹ ਅਸੀਂ ਮਾਰਚ 7 2022 ਨੂੰ ਕੀਤਾ। ਇਹ ਕੇਸ ਕੈਨੇਡਾ 'ਚ ਮੇਰੇ ਖਿਆਲ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਅੱਜ ਤਾਈਂ ਐਮਾਜ਼ੋਨ ਨੂੰ ਕਿਸੇ ਨੇ ਵੀ ਸੂ ਨਹੀਂ ਕੀਤਾ ਡਰਾਈਵਰ ਦੀ ਅਲਗਰਜੀ ਕਾਰਨ ਜੀ। ਇਹ ਮੇਰੇ ਖਿਆਲ ਕੈਨੇਡਾ ਦਾ ਪਹਿਲਾ ਕੇਸ ਹੋਊਗਾ ਜੀ। ਸਾਡੀ ਮੇਨ ਜਿਹੜੀ ਕੋਰਟ 'ਚ ਆਰਗੂਮੈਂਟ ਹੈਗੀ ਹੈ ਉਹ ਇਹ ਹੋਊਗੀ ਕਿ ਵੀ ਉਹਨਾਂ ਹਾਲਾਤਾਂ ਵਿੱਚ ਮਾਲਕ ਇੰਪਲੋਇਰ ਲਈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵੀ ਜਿੱਥੇ ਇੰਪਲੋਇਰ ਨੂੰ ਆਖਰਕਾਰ ਡਰਾਈਵਰ ਦੀਆਂ ਜਿਹੜੀਆਂ ਗਤੀਵਿਧੀਆਂ ਤੇ ਉਹਨਾਂ ਨੂੰ ਵਿੱਤੀ ਤੌਰ ਤੇ ਲਾਭ ਹੁੰਦਾ ਹੈ ਉਹ ਫਾਇਦਾ ਉਠਾਉਂਦੇ ਆ ਜੀ। ਐਮਾਜ਼ੋਨ ਵੱਲੋਂ ਆਪਣੇ ਡਰਾਈਵਰਾਂ ਦੇ ਉੱਪਰ ਕਾਂਸਟੈਂਟ ਦਬਾਅ ਪਾ ਕੇ ਉਹਨਾਂ ਤੇ ਰੱਖਿਆ ਜਾਂਦਾ ਹੈ। ਉਹਨਾਂ ਦੀ ਹਰ ਮੂਵਮੈਂਟ ਨੂੰ ਨਿਰੰਤਰ ਤੌਰ ਤੇ ਮੋਨੀਟਰ ਕੀਤਾ ਜਾਂਦਾ ਹੈ। ਉਹ ਇਹ ਜਿਹੜਾ ਉਹ ਡਰਾਈਵਰਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਵੀ ਤੁਸੀਂ ਘੰਟੇ ਵਿੱਚ ਇੰਨੀਆਂ ਡਿਲੀਵਰੀਆਂ ਕਰਨੀਆਂ ਜਾਂ ਦਿਹਾੜੀ 'ਚ ਤੁਸੀਂ 150 ਡਿਲੀਵਰੀ ਕਰਨੀ ਜਾਂ 200 ਡਿਲੀਵਰੀ ਕਰਨੀ ਹੈ। ਜਿੱਥੇ ਉਹ 1 ਮਿੰਟ ਲੇਟ ਹੋ ਜਾਣ ਜਾਂ 2 ਮਿੰਟ ਲੇਟ ਹੋ ਜਾਣ ਤਾਂ ਨਾਲ ਹੀ ਨਾਲ ਉਹਨਾਂ ਨੂੰ ਮੈਸੇਜ ਆ ਜਾਂਦਾ ਕਿ ਡਿਲੀਵਰੀ ਕਿਉਂ ਲੇਟ ਹੋ ਰਹੀ ਹੈ। ਇਹਨਾਂ ਗੱਲਾਂ ਬਾਤਾਂ ਕਾਰਨ ਡਰਾਈਵਰਾਂ ਤੇ ਇੰਨਾ ਪ੍ਰੈਸ਼ਰ ਪੈ ਜਾਂਦਾ ਕਿ ਵੀ ਉਹ ਖਤਰਨਾਕ ਡਰਾਈਵਿੰਗ ਕਰਨ ਲਈ ਮਜਬੂਰ ਹੋ ਜਾਂਦੇ ਆ ਜੀ। ਸੋ ਗਿੱਲ ਸਾਹਿਬ, ਇਸ ਕੰਟਰੀ ਵਿੱਚ ਕਾਨੂੰਨ ਹੈ ਡਿਊਟੀ ਆਫ ਕੇਅਰ ਕਿ ਵੀ ਇਹ ਤੁਹਾਡਾ ਫਰਜ਼ ਬਣਦਾ ਕਿ ਵੀ ਤੁਸੀਂ ਕਿਸੇ ਨੂੰ ਵੀ ਜਾਂ ਕੋਈ ਆਪਣਾ ਕੋਈ ਇਹੋ ਜਿਹਾ ਕਾਰਾ ਨਾ ਕਰੋ ਜਾਂ ਆਪਣੇ ਕਿਸੇ ਵੀ ਮੁਲਾਜ਼ਮ ਨੂੰ ਇਹੋ ਜਿਹੀ ਦੁਵਿਧਾ 'ਚ ਨਾ ਪਾਓ ਕਿ ਵੀ ਉਹ ਆਪਣਾ ਨੁਕਸਾਨ ਕਰ ਸਕੇ ਜਾਂ ਕਿਸੇ ਹੋਰ ਦਾ ਕਰ ਸਕੇ ਜੀ। ਇਸ ਕੇਸ ਦੀ ਬਾਬਤ ਤੁਸੀਂ YouTube ਤੇ ਜਾ ਕੇ ਸਾਡਾ ਚੈਨਲ ਹੈ ਲਾਇਰ ਬ੍ਰਿਜ ਮੋਹਨ, ਉਸ ਦੇ ਉੱਪਰ ਵੀਡੀਓ ਦੇਖ ਸਕਦੇ ਹੋ। ਇਸ ਦਿਲ ਨੂੰ ਦਹਿਲਾਉਣ ਵਾਲੀ ਫੈਮਿਲੀ ਦੀ ਕਥਾ ਪੂਰੀ ਜੀ ਅੰਡਰ ਦਾ ਵੀਡੀਓ ਮੌਮਸ ਹੈਰੋਇਕ ਸੈਕਰੀਫਾਈਸ ਜੀ। ਪਰ ਇਹ ਕੇਸ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀ ਕੈਨੇਡਾ ਦਾ ਪਹਿਲਾ ਕੇਸ ਹੋਊਗਾ ਜਿਹੜਾ ਕਿ ਪ੍ਰੈਸੀਡੈਂਟ ਸੈਟਿੰਗ ਹੋਊਗਾ। ਆਈ ਹੋਪ ਕਿ ਵੀ ਇਸ ਕੇਸ ਵਿੱਚ ਜਿਹੜੇ ਪਰਿਵਾਰ ਦੇ ਬਾਕੀ ਜੀ ਹੈ, ਸਪੈਸ਼ਲੀ ਉਹ 2 ਧੀਆਂ ਉਹਨਾਂ ਵੱਲ ਦੇਖ ਕੇ ਹਰ ਇੱਕ ਬੰਦੇ ਦੇ ਆਂਸੂ ਨਿਕਲ ਆਉਂਦੇ ਜਦ ਤੁਸੀਂ ਉਹ ਵੀਡੀਓ ਦੇਖੋਗੇ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਜੀ, ਮੌਮਸ ਹੈਰੋਇਕ ਸੈਕਰੀਫਾਈਸ। ਉਹ ਦੇਖ ਕੇ ਮੇਰਾ ਨਹੀਂ ਖਿਆਲ ਕੋਈ ਵੀ ਬੰਦਾ ਜਿਹਦੇ ਅੱਖਾਂ 'ਚੋਂ ਅਥਰੂ ਨਹੀਂ ਆਉਣਗੇ। ਤੇ ਮੈਂ ਇਹ ਆਸ ਕਰਦਾ ਕਿ ਵੀ ਇਸ ਕੇਸ ਦਾ ਜਦ ਕੋਰਟ ਚੱਲੂਗਾ ਤੇ ਇਸ ਪਰਿਵਾਰ ਨੂੰ ਨਿਆਂ ਮਿਲ ਸਕੂਗਾ ਤੇ ਐਟਲੀਸਟ ਐਮਾਜ਼ੋਨ ਵਰਗੀ ਕੰਪਨੀ ਜਿਹਨੂੰ ਕੋਈ ਹੱਥ ਹੀ ਨਹੀਂ ਪਾ ਸਕਦਾ, ਇੰਨੀ ਬੜੀ ਕੰਪਨੀ ਹੈ, ਉਹਨਾਂ ਨੂੰ ਗੋਡੇ ਭਾਰ ਹੋਣ ਦਾ ਇੱਕ ਵਾਰ ਉਹਨਾਂ ਨੂੰ ਹੋਣਾ ਪਊਗਾ ਜੀ। ਬਿਲਕੁਲ ਠੀਕ ਹੈ। ਇਹੀ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਜਿਹੜੀ ਵੈਲਿਊ ਸੈੱਟ ਕਰਦੀਆਂ ਨੇ। ਵਕੀਲ ਸਾਹਿਬ, ਧੰਨਵਾਦ। ਤੇ ਅਖੀਰ 'ਚ ਕੋਈ ਹੋਰ ਸ਼ਬਦ ਤੁਸੀਂ ਕਹਿਣੇ ਚਾਹੋ? ਗਿੱਲ ਸਾਹਿਬ, ਪੰਜਾਬੀ ਕੈਨੇਡਾ 'ਚ 125 ਸਾਲ ਤੋਂ ਰਹਿ ਰਹੇ ਹਾਂ। ਉਹਨਾਂ ਨੂੰ ਕੈਨੇਡੀਅਨ ਹੋਣ ਦਾ ਮਾਣ ਵੀ ਹੈ ਅਤੇ ਮੰਨੋ ਜਾਂ ਨਾ ਮੰਨੋ ਉਹ ਕੈਨੇਡਾ ਨੂੰ ਦਿਲੋਂ ਵੀ ਪਿਆਰ ਕਰਦੇ ਹਨ। ਪਰ ਕਿਉਂਕਿ ਕੋਈ ਬੰਦਾ ਕੋਈ ਵੀ ਵਿਅਕਤੀ ਸਰਕਾਰ ਦਾ ਪੱਖ ਪੂਰ ਰਿਹਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਦਾ ਦਰਜਾ ਕਾਨੂੰਨ ਤੋਂ ਉੱਚਾ ਹੈ। ਜਿਹੜਾ ਮਤਲਬ ਆਪਾਂ ਪਹਿਲੇ ਕੇਸ ਦੀ ਗੱਲਬਾਤ ਕਰਕੇ ਹਟੇ ਹਾਂ ਯੂਰ ਕਲਚਰ ਵਾਲੀ, ਉਸ ਕੇਸ 'ਚ ਵੀ ਅੰਤ ਜਿੱਤ ਇਨਸਾਫ ਦੀ ਹੋਈ। ਇਹ ਸਾਬਤ ਹੋ ਗਿਆ ਕਿ ਇਸ ਦੇਸ਼ ਵਿੱਚ ਨਸਲਵਾਦ ਲਈ ਕੋਈ ਥਾਂ ਨਹੀਂ। ਜਿੱਥੇ ਤੱਕ ਆਪਣੇ ਇਹ ਮਸੂਟਾ ਫੈਮਿਲੀ ਦੀ ਗੱਲਬਾਤ ਹੈ, ਇੱਕ ਪਾਸੇ ਆਪਾਂ ਆਸ ਰੱਖਦੇ ਹਾਂ ਕਿ ਵੀ ਕੋਈ ਮਾਂ ਆਪਣੇ ਸਕੂਲ ਤੋਂ 2 ਬੱਚਿਆਂ ਨੂੰ ਲਿਆ ਰਹੀ ਹੈ ਤਾਂ ਉਹ ਸੁੱਖੀ ਸਾਂਦੀ ਆਪਣੇ ਘਰੇ ਜਾ ਕੇ ਬੱਚਿਆਂ ਨੂੰ ਲੰਚ ਕਰਾਊਗੀ ਜਾਂ ਡਿਨਰ ਕਰਾਊਗੀ। ਉਹ ਤਾਂ ਕੀ ਕਰਾਉਣਾ ਸੀਗਾ, ਉਹ 2 ਬੱਚੀਆਂ ਨੇ ਆਪਣੇ ਮਾਂ ਨੂੰ ਜਿਹੜੇ ਉਹਨੇ ਸਾਰੀ ਜ਼ਿੰਦਗੀ ਉਹਨਾਂ ਨੂੰ ਹਵਾ ਝੱਲਣੀ ਸੀਗੀ, ਉਹ ਤੋਂ ਠੰਡੀ ਹਵਾ ਆਉਣੀ ਸੀਗੀ, ਉਹ ਉਹਨੂੰ ਗਾਈਡੈਂਸ ਦੇਣੀ ਸੀ, ਉਹਨੂੰ ਮੈਂਟਰਸ਼ਿਪ ਦੇਣੀ ਸੀ, ਉਹਨੂੰ ਜ਼ਿੰਦਗੀ ਸਿਖਲਾਈ ਦੇਣੀ ਸੀ, ਉਸ ਤੋਂ ਵਾਂਝੇ ਹੋ ਗਏ।
ਹਸਬੈਂਡ ਨੇ ਤਾਂ ਵਿਚਾਰੇ ਨੇ ਉੱਤੇ ਸਾਰੀ ਜ਼ਿੰਦਗੀ ਤਬਾਹ ਹੋ ਗਈ ਜੀ। ਵਕੀਲ ਸਾਹਿਬ ਧੰਨਵਾਦ ਬਹੁਤ ਬਹੁਤ। ਸ਼ੁਭ ਸ਼ਾਮ। ਥੈਂਕ ਯੂ। ਅੱਜ ਮੈਂ ਕੁਦਰਤੀ ਸਵੇਰੇ ਇੱਕ ਕਾਰੋਬਾਰੀ ਦੋਸਤ ਦੇ ਨਾਲ ਤਾਇਵਾਨ ਦੇ ਵਿੱਚ ਗੱਲ ਕਰ ਰਿਹਾ ਸੀ। ਗੱਲ ਇੱਥੋਂ ਹੀ ਚੱਲੀ ਕਿ ਭਾਈਚਾਰਾ ਕਿੱਥੇ ਖੜਾ ਕੁਦਰਤੀ, ਤੇ ਆ ਕੇ ਮੈਨੂੰ ਪਤਾ ਲੱਗਿਆ ਵਕੀਲ ਸਾਹਿਬ ਨੇ ਇਸ ਵਿਸ਼ੇ 'ਤੇ ਗੱਲ ਕਰਨੀ ਹੈ। ਗੱਲ ਇਹ ਚੱਲੀ ਕਿ ਐਡਮਿੰਟਨ ਦੇ ਵਿੱਚ ਸਾਡੇ ਇੱਕ ਜਵਾਕਾਂ ਦੇ ਗਰੁੱਪ ਨੇ ਸਾਡੇ ਜਵਾਕਾਂ ਦੇ ਇੱਕ ਦੇ ਚਾਕੂ ਮਾਰ ਦਿੱਤਾ ਤੇ ਉਹ ਮੁੰਡੇ ਦੀ ਮੌਤ ਹੋ ਗਈ। 2 ਜਵਾਕਾਂ ਨੇ, ਵਿਦਿਆਰਥੀਆਂ ਨੇ ਜਿਹੜੇ ਪੰਜਾਬ ਤੋਂ ਆਏ ਨੇ, ਉਹਨਾਂ ਦੀ ਮੌਤ ਹੋ ਗਈ ਬਰੈਂਪਟਨ ਦੇ ਵਿੱਚ। ਇਹ ਬੜੀ ਹਿਰਦੇ ਵੇਦਕ ਹੈ। ਗੱਲ ਮੇਰੀ ਉਹਨਾਂ ਨਾਲ ਇਹ ਚੱਲ ਰਹੀ ਸੀ ਕਿ ਇਹ 5-7 ਲੱਖ ਸਾਡਾ ਜਿਹੜਾ ਜਵਾਕ ਆਇਆ, ਇਹਨਾਂ ਨੇ ਅੱਜ ਤੋਂ 5-7 ਸਾਲਾਂ ਨੂੰ ਸਿਟੀਜ਼ਨ ਹੋ ਕੇ ਇੱਥੇ ਮੇਨ ਸਟਰੀਮ ਦੇ ਵਿੱਚ ਸਾਡੀ ਪ੍ਰਤੀਨਿਧਤਾ ਕਰਨੀ ਹੈ, ਔਰ ਕਰਨਗੇ ਵੀ। ਤੁਸੀਂ ਵੇਖਿਓ, ਕਿਉਂਕਿ ਦੂਰੇ ਮਾਹੌਲ 'ਚ ਪਲੇ ਹੋਏ ਜਿਹੜੇ ਜਵਾਕ ਨੇ ਉਹ ਹਰ ਜਗ੍ਹਾ ਸਿਰ ਜਿਹੜੇ ਨੇ ਉਹ ਫਸਾਉਣਗੇ, ਜਿਵੇਂ ਅਸੀਂ ਉੱਥੋਂ ਆ ਕੇ ਫਸਾਏ। ਅਤੇ ਦੂਜੀ ਭਾਸ਼ਾ ਅੰਗਰੇਜ਼ੀ ਹੋਣ ਦੇ ਬਾਵਜੂਦ ਵੀ ਅਸੀਂ ਪੌੜੀਆਂ ਚੜ੍ਹ ਗਏ, ਰਾਜਨੀਤੀ ਚਲੇ ਗਏ, ਬਰੋਡਕਾਸਟਿੰਗ ਚਲੇ ਗਏ, ਵੱਡੇ ਕਾਰੋਬਾਰੀ ਹੋ ਗਏ। ਇਹ ਸੌਖਾ ਨਹੀਂ। ਵੱਡੇ ਆਫਿਸ ਦੇ ਲਈ ਤੁਹਾਨੂੰ ਕੋਈ ਪਾਰਟੀ ਚੁਣੇ, ਤੁਹਾਡੀ ਕਲੀਅਰੈਂਸ ਹੋਵੇ, ਇਹ ਠੀਕ ਹੈ। ਕਈ ਵਾਰ ਸਾੜੇ ਦੇ ਵਿੱਚੋਂ ਤਾਂ ਸਾਡੀਆਂ ਗੱਲਾਂ ਹੋ ਸਕਦੀਆਂ ਨੇ, ਅਤੇ ਕਈ ਵਾਰ ਅਸੀਂ ਕਹਿ ਵੀ ਦਿੰਦੇ ਹਾਂ ਵੀ ਨਾ 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 ਅਸੀਂ ਤਾਂ ਲੜਦੇ ਨਹੀਂ, ਇੱਧਰ ਨੂੰ ਮੂੰਹ ਨਹੀਂ ਕਰਦੇ। ਲੜਨ ਨੂੰ ਸਾਰੇ ਤਿਆਰ ਨੇ। ਕਈ ਵਾਰ ਚਾਂਸ ਨਹੀਂ ਮਿਲਦਾ, ਕੁਦਰਤ ਨਹੀਂ ਦਿੰਦੀ ਚਾਂਸ, ਕਿਉਂਕਿ ਪਿੰਡੇ ਤੇ ਬ੍ਰਹਮੰਡੇ ਵਾਲੀ ਗੱਲ ਹੈ। ਜਦ ਅੰਦਰ ਜਿਹੋ ਜਿਹਾ ਕੁਛ ਹੈ ਉਹ ਜਿਹਾ ਹੀ ਉਸਨੇ ਫਲ ਦੇਣਾ, ਬਾਕੀ ਹੋਰ ਗੱਲਾਂ ਨਹੀਂ ਹੈ। ਗੱਲ ਚਲਦੀ ਚਲਦੀ ਰਾਜਨੀਤੀ 'ਤੇ ਚੱਲ ਗਈ। ਰਾਜਨੀਤੀ ਦੇ ਵਿੱਚ ਸਿੱਖ ਚਿਹਰੇ ਵਾਲੇ ਵੱਡੇ ਲੀਡਰਾਂ ਦਾ ਫੈਡਰਲ ਪੋਲੀਟਿਕਸ ਦੇ ਵਿੱਚ, ਜਿਨ੍ਹਾਂ ਦਾ ਬਹੁਤ ਵੱਡੀਆਂ ਕੁਰਸੀਆਂ ਵੱਲ ਨੂੰ ਜਿਹੜਾ ਨਿਗਾਹ ਜਾਂਦੀ ਸੀ, ਉਹਨਾਂ ਦਾ ਪਰਦੇ ਦੇ ਉੱਪਰੋਂ ਛਿਪਨ ਹੋ ਜਾਣਾ, ਉਹਦੀ ਗੱਲ ਚੱਲ ਪਈ। ਉਹਦਾ ਜਦ ਪ੍ਰਪੇਖ ਰੱਖਿਆ ਵੀ ਜਦ ਪੈਸਾ ਹੀ ਮੁੱਖ ਹੋ ਗਿਆ, ਅਸੀਂ ਠੱਗੀਆਂ ਵੱਲ ਨੂੰ ਤੁਰ ਪਏ, ਤਾਂ ਠੱਗੀਆਂ ਲੁਕਦੀਆਂ ਨਹੀਂ ਹੈ। ਇਹ ਨਹੀਂ ਹੈ ਵੀ ਇਕੱਲਾ ਭਾਈਚਾਰਾ ਸਾਡਾ ਹੀ ਕਰਦਾ, ਇਹ ਅਸੀਂ ਤਾਂ ਕੱਖ ਵੀ ਨਹੀਂ। ਪਿਛਲੇ ਵੀਕ ਤੁਹਾਨੂੰ ਦੱਸਿਆ ਸੀ ਨਾ ਵੀ ਬਿਲੀਅਨਸ ਆਫ ਡਾਲਰ ਦੀ ਲੈਂਡ ਜਿਹੜੀ ਉਸ ਸਮੇਂ ਦੇ BC ਲਿਬਰਲ ਨੇ ਕਿਵੇਂ ਆਪਣੇ ਪ੍ਰੇਮੀਆਂ ਨੂੰ ਦਿੱਤੀ। 25 ਕਿੱਲੇ ਜ਼ਮੀਨ ਕੈਂਬੀ ਤੇ 57 ਤੇ ਓਕ ਦੇ ਸੈਂਟਰ ਦੇ ਵਿੱਚ, ਹੈਦਰ ਵਾਲੇ ਪਾਸੇ ਨੂੰ ਉਹ ਦੇਤੀ। ਕਹਿੰਦੇ 325 ਮਿਲੀਅਨ ਦੀ ਦੇਤੀ, 150 ਮਿਲੀਅਨ ਦੇ ਦੇ, ਬਾਕੀ ਡਿਵੈਲਪ ਕਰਕੇ ਦੇ ਦੀ। ਅੱਜ ਉਹ ਬਿਲੀਅਨ ਡਾਲਰ ਦੀ ਹੈ। ਬਿਲੀਅਨ 'ਚ 1000 ਮਿਲੀਅਨ ਹੁੰਦਾ। ਸੋ ਇਹ ਜਿਹੜਾ ਇਸ 'ਤੇ ਇੱਕ ਦਿਨ ਖੁੱਲ੍ਹ ਕੇ ਆਪਾਂ ਗੱਲ ਹੋਣੀ ਹੈ ਵੀ ਸੱਭਿਆਚਾਰ ਸਾਨੂੰ ਕਿੱਥੇ ਖੜਾਉਂਦਾ, ਤਰੱਕੀ ਵਾਲੇ ਪਾਸੇ ਨੂੰ ਜਾਂਦਾ, ਵਿਨਾਸ਼ਕਾਰੀ ਵਾਲੇ ਪਾਸੇ ਨੂੰ ਜਾਂਦਾ। ਇਹ ਗੀਤ ਜਿਹੜੇ ਜਿਨ੍ਹਾਂ ਦੇ ਵਿੱਚ ਸਾਨੂੰ ਸੋਨੇ ਦੀਆਂ ਜੁੱਤੀਆਂ ਅਤੇ ਮਿਲੀਅਨ ਦੀਆਂ ਗੱਡੀਆਂ, ਸੋਨੇ ਦੇ ਮੁੱਠੇ ਵਾਲੇ ਰਿਵਾਲਵਰ ਅਤੇ ਪਿਸਟਲ, ਅਤੇ ਹਨੇਰੇ ਦੇ ਵਿੱਚ ਰਾਤ ਨੂੰ ਵੀ ਐਨਕਾਂ ਲਾ ਕੇ ਗਾਉਣਾ, ਅਤੇ ਜਾਂ ਫਿਰ ਉਈਓ ਬਰਿਆੜੀ ਦਿਖਾਉਣੀ, ਆਹ ਕਰ ਦਿੰਦੇ ਹਾਂ। ਨਾਲੇ ਪਤਾ ਹੁੰਦਾ ਵੀ ਢਿੱਡ ਦੇ ਵਿੱਚ ਕੱਖ ਨਹੀਂ ਹੈ, ਕੁਛ ਨਹੀਂ ਹੈ, ਵੀ ਚੱਲ ਇਹ ਗੱਲ ਚੱਲ ਰਹੀ ਆ ਅਤੇ ਇਹਨੂੰ ਇਸ ਤਰ੍ਹਾਂ ਹੀ ਨਿਭਾ ਦਿਓ। ਹੁਣ ਇਹ ਜਿਹੜਾ ਕੁਛ ਹੋਇਆ, ਹੋਣੀ ਤਾਂ ਗੱਲ ਇਹ ਚਾਹੀਦੀ ਸੀ ਵੀ ਜੇ ਤੁਸੀਂ ਭਾਈਚਾਰੇ ਨੂੰ, ਹੁਣ ਇਹਦੇ 'ਚ ਸਰਕਾਰੀ ਪੱਖ ਦੇ ਵਕੀਲ ਨੇ ਜਿੱਥੇ ਇਸ ਕੇਸ ਦੇ ਵਿੱਚ ਭਾਈਚਾਰੇ ਨੂੰ ਫੰਡਿਆ ਅਤੇ ਸਾਡੇ ਸੱਭਿਆਚਾਰ ਨੂੰ ਫੰਡਿਆ, ਅਤੇ ਸੱਭਿਆਚਾਰ ਦੀ ਢਾਲ ਲੈ ਕੇ ਬਚਾਓ ਪੱਖ ਦੇ ਵਕੀਲ ਨੇ ਪਿਤਾ ਨੂੰ ਬਚਾ ਲਿਆ। ਬਈ ਹਾਂ ਜੀ, ਇਹ ਤਾਂ ਕਲਚਰ ਨੂੰ ਬੇਸ ਮੰਨ ਕੇ ਇਸ ਨੂੰ 8 ਸਾਲ ਦੀ ਸਜ਼ਾ ਬੋਲ ਕੇ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਉੱਪਰੋਂ ਛੱਡਤਾ, ਅਪੀਲ ਨੇ ਛੱਡਤਾ, ਕੋਰਟ ਆਫ ਅਪੀਲ ਨੇ। ਹੁਣ ਇਹ 'ਚ ਜਿਹੜਾ ਕਲਚਰ ਜਿਹੜਾ ਹੈ, ਉਹ ਜਿਹੜੇ ਮੋਹਰੀ ਰੋਲ ਦੇ ਵਿੱਚ ਬੈਠੇ ਨੇ ਭਾਈਚਾਰੇ ਦੇ ਵਿੱਚੋਂ, ਚਾਹੇ ਉਹ ਮੀਡੀਆ 'ਚ ਨੇ, ਚਾਹੇ ਕਾਰੋਬਾਰ 'ਚ ਨੇ, ਚਾਹੇ ਪੜ੍ਹਾਈ ਵਾਲੇ ਕੇਸ ਨੇ, ਚਾਹੇ ਰਾਜਨੀਤੀ 'ਚ ਨੇ, ਚਾਹੇ ਵਾਤਾਵਰਨ ਪ੍ਰੇਮੀ ਨੇ, ਜਾਂ ਭਾਈਚਾਰੇ 'ਚ ਕੰਮ ਵੈਸੇ ਹੀ ਭਾਈਚਾਰੇ ਦੇ ਲਈ ਕਰਦੇ ਨੇ, ਸਫਾਈ ਲਈ ਨੇ, ਇਨਵਾਇਰਮੈਂਟਲਿਸਟ ਨੇ, ਵਾਤਾਵਰਨ ਪ੍ਰੇਮੀ ਨੇ, ਉਹਨਾਂ ਦੇ ਰੋਲ ਕੀ ਨੇ?
ਕੀ ਹੋਊਗਾ ਜਦ ਭਾਈਚਾਰੇ ਦੇ ਵਿੱਚੋਂ ਚੁਣੇ ਹੋਏ ਘੱਟ ਗਿਣਤੀ ਦੇ ਬੰਦੇ ਆਪਣੀਆਂ ਨਿੱਜੀ ਗਰਜ਼ਾਂ ਦੇ ਖਾਤਰ ਫੈਡਰਲ ਪੋਲਿਟਿਕਸ ਦੇ ਵਿੱਚ ਉਹ ਜਲੂਸ ਕੱਢਣ ਕਿ ਫਲੋਰ ਕ੍ਰਾਸ ਕਰ ਰਹੇ ਨੇ ਸ਼ਰੇਆਮ, ਤੇ ਟੱਬਰ ਦੇ ਲਈ ਸੈਨੇਟਰ ਬਣਾ ਦਿਓ, ਮੇਰੇ ਟੱਬਰ ਨੂੰ ਆਹ ਬਣਾ ਦਿਓ, ਮੇਰੇ ਧੀਆਂ ਪੁੱਤਾਂ ਨੂੰ ਆਹ ਬਣਾ ਦਿਓ, ਮੇਰਾ ਇਹਦੇ ਵਿੱਚ ਕੀ ਹੈ। ਇਸੇ ਤਰ੍ਹਾਂ ਹੀ ਹੁਣ ਦੇ ਲਿਬਰਲ ਦੇ ਕੇਸ ਦੇ ਵਿੱਚ ਹੁਣ ਇਹਦੇ ਵਿੱਚ ਜੇ ਦੇਖਿਆ ਜਾਵੇ ਪਲਦੇ ਤਾਂ ਉਹ ਵੀ ਇਹੀ ਵਾਤਾਵਰਨ 'ਚ ਨੇ। ਜੇ ਅਸੀਂ ਉੱਥੋਂ ਆਇਆ, ਸਾਡੇ ਘਰਾਂ 'ਚ ਪਲੇ ਨੇ ਤਾਂ ਸਾਡੇ ਵਾਂਗੂ ਹੀ ਉਹ ਪਲੇ ਨੇ, ਠੀਕ ਆ, ਉਹ ਸੋਚਣ ਦਾ ਢੰਗ ਹੈ। ਜਿਹੜੀ ਇੱਥੇ ਗੱਲ ਤੇ ਉੱਥੇ ਵਾਲੇ ਤੇ ਇੱਥੇ ਵਾਲਿਆਂ ਨੇ ਵੀ ਚੰਦ ਚਾੜ੍ਹਤੇ ਉੱਥੇ। ਕਿੱਡੇ ਭੈੜੇ ਦੋਸ਼ ਲੱਗੇ, ਕਰਪਸ਼ਨ ਦੇ ਦੋਸ਼ ਲੱਗੇ, ਜੂਏ ਖੇਲਣ ਦੇ ਦੋਸ਼ ਲੱਗੇ, ਤੇ ਉਹਦੇ ਵਿੱਚੋਂ ਨਿਕਲਦਾ ਕੀ ਹੈ ਫਿਰ, ਤੇ ਕਿਹੜਾ ਰੂਪ ਲੈ ਕੇ ਲੋਕਾਂ 'ਚ ਅਸੀਂ ਫਿਰਦੇ ਹਾਂ। ਤੇ ਫਿਰ ਕਦੇ ਕਦੇ ਇਹ ਲੱਗਦਾ ਵੀ ਇਹ ਬਚਾਓ ਪੱਖ ਦੇ ਵਕੀਲ ਤੇ ਸਰਕਾਰੀ ਵਕੀਲਾਂ ਨੂੰ ਅਸੀਂ ਸ਼ਮਕਤਾ ਅਸੀਂ ਫੜਾਉਂਦੇ ਹਾਂ, ਤੇ ਅਸੀਂ ਦੋ ਮੂੰਹਾਂ ਜਿਹੜਾ ਚਿਹਰਾ ਲੈ ਕੇ ਲੋਕਾਂ 'ਚ ਵਿਚਰਦੇ ਹਾਂ। ਧਾਰਮਿਕ ਪੱਖੋਂ ਵੀ, ਧਰਮ ਦੇ ਪਾਸਿਓਂ, ਧਰਮ ਦੇ ਨੇੜੇ ਲੱਗਦੇ ਬੰਦੇ ਜਿਹੜੇ ਬਹੁਤ ਗੁਰਮੁਖੀ ਰੂਪ ਬਾਹਰ ਦਿਖਾਉਂਦੇ ਨੇ। ਕਿਤੇ ਜੇ ਉਹਨਾਂ ਦੀਆਂ ਗੱਲਾਂ ਤੁਸੀਂ ਸੁਣ ਲਓ, ਕਿਤੇ ਮੈਂ ਨਹੀਂ ਕਹਿੰਦਾ ਸਾਰੇ ਹੀ ਕਰਦੇ ਹੋਣਗੇ, ਪਰ ਜਦ ਆਪਣੇ ਹਾਣਦਿਆਂ ਵਿੱਚ ਬੈਠ ਕੇ ਉਹ ਕਰਦੇ ਨੇ, ਤੁਸੀਂ ਦੇਖਿਓ ਤਾਂ ਸਹੀ ਵੀ ਉਹਨਾਂ ਦੇ ਤਕੀਆ ਕਲਾਮ ਕੀ ਨੇ। ਉਸ ਚੀਜ਼ ਨੂੰ ਦੇਖ ਕੇ ਫਿਰ ਚੁਟਕਲੇ ਬਣ ਗਏ। ਜਿਹੜੇ ਇਸ ਪਾਸੇ ਨੂੰ ਨਹੀਂ ਆਏ, ਧਰਮ ਵਾਲੇ ਨੂੰ ਪਾਸੇ ਆਏ ਨਹੀਂ, ਉਹਨਾਂ ਨੇ ਜਿਹੜੇ ਨੇ ਇੱਕ ਕਿਸਮ ਦੀਆਂ ਕਹਾਵਤਾਂ ਬਣਾ ਲਈਆਂ ਭਾਈਚਾਰੇ 'ਚ। ਉਹ ਇਹ ਤਾਂ ਸਿੰਘ ਤਾਂ ਐਂ ਹੀ ਨੇ, ਉਹ ਸਿੰਘ ਐਂ ਹੀ ਹੁੰਦੇ ਨੇ, ਸਿੰਘਾਂ ਦਾ ਤਾਂ ਐਂ ਹੀ ਆ, ਸਿੰਘ ਕਰਪਸ਼ਨ ਦੀ ਗੱਲ ਉਹ ਕਹਿੰਦੇ ਜੇ ਨਾ ਹੋਣ ਤਾਂ ਕਿਉਂਕਿ ਅਗਲੇ ਦਾ ਬੈਡ ਐਕਸਪੀਰੀਅੰਸ ਹੋ ਗਿਆ। ਪਰ ਹੁਣ ਲਕਬ ਉਹਨੇ ਨੇ ਸਾਰਿਆਂ ਨੂੰ ਦਿੱਤਾ। ਦੋ ਮੱਛੀਆਂ ਜਿਹੜੀਆਂ 2 ਕਰੋੜ ਦੇ ਵਿੱਚੋਂ ਨੇ, ਉਹਨੇ ਸਾਰੀਆਂ ਮੱਛੀਆਂ ਨੂੰ ਜਿਹੜਾ ਜ਼ਹਿਰੀਲਾ ਕਰ ਦਿੱਤਾ। ਉਹ ਜਿਹਾ ਮੈਨੂੰ ਨਹੀਂ ਲੱਗਦਾ ਕੋਈ ਭਾਈਚਾਰਾ ਜਿਹੜਾ ਕੋਈ ਚਾਹੁੰਦਾ ਵੀ ਸਾਡੇ ਭਾਈਚਾਰੇ ਦਾ ਨਾਂ, ਜਿਹੜਾ ਸਾਡੇ ਸੱਭਿਆਚਾਰ ਦਾ ਨਾਂ ਬਦਨਾਮ ਹੋਵੇ। ਪਰ ਇਸ ਕੇਸ ਦੇ ਵਿੱਚ ਜੱਜ ਸਾਹਿਬ ਜਿਹੜਾ ਥਲੜੀ ਅਦਾਲਤ ਨੇ ਸਜ਼ਾ ਦਿੱਤੀ, ਅਪੀਲ ਵਾਲਿਆਂ ਨੇ ਛੱਡਤੀ ਆਪਣੀ, ਤਾਂ ਇਹਦੇ 'ਚ ਕੋਈ ਗੱਲ ਨਹੀਂ ਹੈ। ਪਰ ਉਹ ਗੱਲ ਤਾਂ ਕਿਤੋਂ ਤੁਰੀ ਨਾ, ਕੁੱਟ ਦੀ, ਮਾਰ ਦੀ। ਧੀ ਕੋਈ ਕਹਿ ਰਹੀ ਆ ਅਦਾਲਤ 'ਚ ਵੀ ਮੇਰੇ ਪਿਓ ਨੇ ਬਲਾਤਕਾਰ ਕੀਤਾ, ਕਿਤੇ ਛੋਟੀ ਨਹੀਂ ਗੱਲ ਹੈ, ਸਵੈ ਪੜਚੋਲ ਦੀ ਗੱਲ ਹੈ। ਤੇ ਜਿਹੜਾ ਪ੍ਰਬੰਧਕੀ ਰੋਲ ਦੇ ਵਿੱਚ ਹੈ, ਭੂਮਿਕਾ 'ਚ ਆ, ਉਹ ਪ੍ਰਬੰਧਕੀ ਭੂਮਿਕਾ 'ਚ ਰਹਿਣ ਵਾਲੇ ਬੰਦੇ ਦੀ ਜ਼ਿੰਮੇਵਾਰੀ ਕਿੰਨੀ ਹੈ। ਮਸਲਨ ਆ ਮਾਈਕ ਤੇ ਬੈਠਿਆਂ ਦੀ ਸਾਡੀ ਜ਼ਿੰਮੇਵਾਰੀ ਕਿੰਨੀ ਹੈ। ਕੀ ਅਸੀਂ ਕੁੱਕੜ ਖੇ ਉਠਾਉਣ ਲਈ ਇਹ ਮਾਈਕ ਵੀ ਲੜਪੋ, ਖਿੱਚ ਲਓ, ਇੱਧਰੋਂ ਖਿੱਚ ਲਾ, ਇਹਨੂੰ ਦੱਬ ਲਾ, ਇਹਦੇ ਲਈ ਹੈ ਜਾਂ ਸਦਉਪਯੋਗ ਲਈ ਹੈ। ਸਮਾਂ ਤਾਂ ਲੰਘ ਜਾਣਾ ਹੈ, ਜਿਹੜੀ ਮਰਜ਼ੀ ਤੋਰ ਲੈ, ਤੇ 2 ਘੰਟੇ ਲੰਘਣ ਨੂੰ ਤਾਂ ਕੱਖ ਵੀ ਨਹੀਂ। 3 ਕੱਢ ਲਾ, 4 ਕੱਢ ਲਾ, ਕੋਈ ਸਿੰਗੜੀ ਛੇੜ ਦੇ, 4 ਘੰਟੇ ਸੁਣੀ ਚੱਲ, ਵੱਢ ਟੁੱਕ ਜਿੰਨਾ ਮਰਜ਼ੀ। ਪਰ ਇਹਦੇ ਵਿੱਚੋਂ ਇਹਨੂੰ ਕਿਹੜੇ ਰੋਲ 'ਚ ਅਸੀਂ ਲੈ ਕੇ ਜਾਣਾ। ਇਉਂ ਹੀ ਅਲੱਗ-ਅਲੱਗ ਫੀਲਡ ਦੇ ਵਿੱਚ ਮੇਰੇ ਖਿਆਲ ਇਹ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਚੱਲੇ ਕਿੱਧਰ ਨੂੰ। ਲਓ ਜੀ, ਕੱਲ੍ਹ ਨੂੰ 9 ਵਜੇ ਫਿਰ ਤੁਹਾਡੀ ਸੇਵਾ 'ਚ। ਰੱਬ ਰਾਖਾ।